परमेश्वर मेरे वल, मेरा विरोधी कौन। मेरी हर खुशी वाली थां बन गया है, मेरी हर खुशी वाली थां बन गया है। ओयो मेरा पिता मेरी माँ बन गया है, ओयो मेरा पिता मेरी माँ बन गया है। मैनू कहंदा मेरे पीछे पीछे चल, मेरा विरोधी कौन। मेर हालेलुया हालेलुया हालेलुया। एक बारी होर गाओ भैन गगन, बहुत ही प्यारा सीगा, बोल बहुत प्यारे आ और गाया बहुत वधिया है। तुसी एक बारी होर ये भजन गाओ और आपां सारे अखां बंद करके, सब अखां बंद करके एक एक शब्द ते गौर करांगे और नाल ध्यान करांगे कि ਅਸੀਂ ਪਰਮੇਸ਼ਰ ਨੂੰ ਅਸੀਂ ਕੀ ਕਹਿ ਰਹੇ ਹਾਂ, ਪਰਮੇਸ਼ਰ ਨਾਲ ਅਸੀਂ ਕੀ ਗੱਲਬਾਤ ਕਰ ਰਹੇ ਹਾਂ ਔਰ ਪਰਮੇਸ਼ਰ ਦੇ ਵਾਅਦਿਆਂ ਨੂੰ ਯਾਦ ਕਰਾਂਗੇ ਕਿ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਆ ਔਰ ਜੇ ਪਰਮੇਸ਼ਰ ਸਾਡੇ ਵੱਲ ਆ ਤੇ ਸਾਡਾ ਵਿਰੋਧੀ ਕੌਣ ਹੋ ਸਕਦਾ ਆ। ਇੱਕ ਵਾਰੀ ਹੋਰ ਭੈਣ ਗਗਨ ਇਹੀ ਭਜਨ ਗਾਈਏ ਔਰ ਸਭ ਅੱਖਾਂ ਨੂੰ ਬੰਦ ਕਰਕੇ ਆਪਣੇ ਮਨਾਂ ਨੂੰ ਹਲੀਮ ਕਰਕੇ ਇੱਕ ਇੱਕ ਸ਼ਬਦ ਤੇ ਗੌਰ ਕਰਾਂਗੇ। पास्टर जी आवाज सही आ रही है, टुटदी तो नहीं? वीडियो बंद कीती सी इस करके। बहुत ही बढ़िया, वीडियो बंद करके गाओ इसी तरह बड़े आनंद दे नाल सब जन सुनिए। हाँ जी। जदों परमेश्वर मेरे वल, मेरा विरोधी कौन। जदों परमेश्वर मेरे वल, मेरा विरोधी कौन। रखा मेरी जान दा, मेरे ईमान दा, रखा मेरी जान दा, मेरे ईमान दा, मेरे हर सादा, मेरी पहचान दा, मेरे हर सादा, मेरी पहचान दा। जेड़ा हर वेले दिंदा मैनू बल, मेरा विरोधी कौन। जदों परमेश्वर मेरे वल, मेरा विरोधी कौन। जदों मेरी जिंदगी च बड़ा सी हनेरा, जदों मेरी जिंदगी च बड़ा सी हनेरा, मेरे कोल आया उदों बन के सवेरा, मेरे कोल आया उदों बन के सवेरा। मेरी जिंदगी नू कीता उज्जवल, मेरा विरोधी कौन। मेरी जिंदगी नू कीता उज्जवल, मेरा विरोधी कौन। जदों परमेश्वर मेरे वल, मेरा विरोधी कौन। मेरी हर खुशी वाली थां बन गया है, मेरी हर खुशी वाली थां बन गया है। ओयो मेरा पिता मेरी माँ बन गया है, ओयो मेरा पिता मेरी माँ बन गया है। मैनू कहंदा मेरे पीछे पीछे चल, मेरा विरोधी कौन। जदों परमेश्वर मेरे वल, मेरा विरोधी कौन। हर वेले कहंदा मैनू चिंता न कर तू, हर वेले कहंदा मैनू चिंता न कर तू। मैं हाँ तेरे नाल कदे भुल के न डर तू, मैं हाँ तेरे नाल कदे भुल के न डर तू। फड़ उंगली ते मेरे नाल चल, मेरा विरोधी कौन। फड़ उंगली ते मेरे नाल चल, मेरा विरोधी कौन।
ਜਦੋਂ ਪਰਮੇਸ਼ਵਰ ਮੇਰੇ ਵੱਲ, ਮੇਰਾ ਵਿਰੋਧੀ ਕੌਣ। ਰਾਖਾ ਮੇਰੀ ਜਾਨ ਦਾ, ਮੇਰੇ ਈਮਾਨ ਦਾ, ਰਾਖਾ ਮੇਰੀ ਜਾਨ ਦਾ, ਮੇਰੇ ਈਮਾਨ ਦਾ, ਮੇਰੇ ਹਰ ਸਾਹ ਦਾ, ਮੇਰੀ ਪਹਿਚਾਨ ਦਾ, ਮੇਰੇ ਹਰ ਸਾਹ ਦਾ, ਮੇਰੀ ਪਹਿਚਾਨ ਦਾ, ਜਿਹੜਾ ਹਰ ਵੇਲੇ ਦਿੰਦਾ ਮੈਨੂੰ ਬਲ, ਮੇਰਾ ਵਿਰੋਧੀ ਕੌਣ। ਜਦੋਂ ਪਰਮੇਸ਼ਵਰ ਮੇਰੇ ਵੱਲ, ਮੇਰਾ ਵਿਰੋਧੀ ਕੌਣ, ਮੇਰਾ ਵਿਰੋਧੀ ਕੌਣ, ਹੁਣ ਮੇਰਾ ਵਿਰੋਧੀ ਕੌਣ। ਹਾਲੇਲੂਇਆ। ਹਾਲੇਲੂਇਆ। ਮਾਈਕ ਬੰਦ। ਹਾਲੇਲੂਇਆ। ਪਾਸਟਰ ਜੀ ਮਾਈਕ ਆਫ ਹੈ ਤੁਹਾਡਾ। ਬਹੁਤ ਹੀ ਅੱਛਾ ਭਜਨ ਗਾਇਆ ਔਰ ਅਸੀਂ ਬੜਾ ਆਨੰਦ ਦੇ ਨਾਲ ਪਰਮੇਸ਼ਵਰ ਦੀ ਵਡਿਆਈ ਔਰ ਮਹਿਮਾ ਕੀਤੀ ਆ। ਥੈਂਕ ਯੂ ਭੈਣ ਗਗਨ, ਭਾਈ ਦੀਪਕ ਥੈਂਕ ਯੂ। ਭੈਣ ਹਰਵਿੰਦਰ ਜੇ ਮੇਰੀ ਆਵਾਜ਼ ਸੁਣਦੀ ਹੈ ਤੇ ਅਸੀਂ ਜ਼ਬੂਰ, ਭੈਣ ਹਰਵਿੰਦਰ ਬਾਈਬਲ ਚੋਂ ਪੜਾਂਗੇ ਜ਼ਬੂਰ ਨੰਬਰ 100। ਭੈਣ ਹਰਵਿੰਦਰ। ਹਾਂਜੀ ਪਾਸਟਰ ਜੀ। ਐਮਸੀ ਦੀ ਭੈਣ ਹਰਵਿੰਦਰ ਬਾਈਬਲ ਕੱਢ ਲਓ ਹਾਂਜੀ ਔਰ ਜ਼ਬੂਰ 100 ਅਸੀਂ ਪੜਾਂਗੇ ਭੈਣ ਹਰਵਿੰਦਰ ਨਾਲ ਮਿਲ ਕੇ। ਹਾਂਜੀ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ। ਹਾਲੇਲੂਇਆ। ਪਰਮੇਸ਼ਰ ਦੇ ਵਚਨ ਵਿੱਚ ਉਸਤਤ ਅਤੇ ਧੰਨਵਾਦ। ਹੇ ਸਾਰੀ ਧਰਤੀ ਦਿਓ ਯਹੋਵਾ ਲਈ ਲਲਕਾਰੋ, ਆਨੰਦ ਹੋ ਕੇ ਯਹੋਵਾ ਦੀ ਹੋ ਗਿਆ। ਉਹਨੇ ਸਾਨੂੰ ਰਾਜਿਆ ਅਤੇ ਅਸੀਂ ਉਹਦੇ ਹਾਂ, ਅਸੀਂ ਉਹਦੀ ਪ੍ਰਜਾ ਅਤੇ ਉਹਦੀ ਯੂਹ ਦੀਆਂ ਭੇਡਾਂ ਹਾਂ। ਧੰਨਵਾਦ ਕਰਦੇ ਹੋਏ ਪੁੱਤਰ ਉਹਦੇ ਫਾਟਕਾਂ ਦੇ ਅੰਦਰ ਅਤੇ ਉਸਤਤ ਕਰਦੇ ਹੋਏ ਉਹਦੇ ਦਰਬਾਰ ਵਿੱਚ ਆਓ। ਉਹਦਾ ਧੰਨਵਾਦ ਕਰੋ ਅਤੇ ਉਹਦੇ ਨਾਮ ਨੂੰ ਮੁਬਾਰਕ ਆਖੋ। ਯਹੋਵਾ ਤਾਂ ਭਲਾ ਹੈ, ਉਹਦੀ ਦਇਆ ਸਦੀਪਕ ਹੈ ਅਤੇ ਉਹਦੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਤੀਕ ਹੈ। ਆਮੀਨ। ਪਰਮੇਸ਼ਰ ਦਾ ਵਚਨ ਪੜ੍ਹੇ ਸੁਣੇ ਜਾਣ ਤੇ ਬਰਕਤ ਮਿਲੇ। ਹਾਲੇਲੂਇਆ। ਥੈਂਕ ਯੂ ਭੈਣ ਹਰਵਿੰਦਰ, ਗੋਡ ਬਲੈਸ ਯੂ। ਰੱਬ ਤੁਹਾਨੂੰ ਬੜੀ ਬਰਕਤ ਰਾਸ਼ ਦੇਵੇ। ਭਾਈ ਡੈਨੀਅਲ ਆਪਣੇ ਨਾਲ। ਹਾਂਜੀ ਹਾਂਜੀ ਸਰ। ਅਸੀਂ ਭਾਈ ਡੈਨੀਅਲ ਦਾ ਸਵਾਗਤ ਕਰਦੇ ਹਾਂ ਔਰ ਭਾਈ ਡੈਨੀਅਲ ਇੱਕ ਭਜਨ ਗਾਓਗੇ ਨਾਲ ਹੀ। ਅੱਜ ਸੁਲੇਮਾਨ ਨੇ ਵਚਨ ਦੇਣਾ ਹੈ, ਨਾਲ ਹੀ ਤੁਸੀਂ ਵਚਨ ਲਈ ਪ੍ਰਾਰਥਨਾ ਕਰ ਸਕਦੇ ਹੋ ਭਜਨ ਗਾ ਕੇ। ਠੀਕ ਹੈ ਜੀ ਸਰ। ਜੀ ਜੀ। ਹਾਂਜੀ, ਸੁਲੇਮਾਨ ਲਈ ਇੱਕ ਭਜਨ ਗਾਵਾਂਗੇ, ਅਸੀਂ ਆਰਾਧਨਾ ਕਰਾਂਗੇ ਡੈਨੀਅਲ ਦੇ ਨਾਲ ਮਿਲ ਕੇ। ਉਸ ਤੋਂ ਬਾਅਦ ਅਸੀਂ ਪ੍ਰਾਰਥਨਾ ਚੱਲਾਂਗੇ ਸੁਲੇਮਾਨ ਦੇ ਲਈ, ਅੱਜ ਦੇ ਵਚਨ ਲਈ ਤਿਆਰੀ ਕਰਾਂਗੇ। ਅੱਜ ਦਾ ਵਚਨ ਸੁਲੇਮਾਨ ਦੇਵੇਗਾ, ਪਰਮੇਸ਼ਰ ਉਹਦੀ ਮਦਦ ਕਰੇ। ਯੈਸ ਭਾਈ ਡੈਨੀਅਲ। ਯੈਸ ਪਾਸੀ ਆਵਾਜ਼ ਆ ਰਹੀ ਕਲੀਅਰ? ਬਹੁਤ ਹੀ ਕਲੀਅਰ ਆ ਰਹੀ ਜੀ, ਥੈਂਕ ਯੂ। ਹਾਂਜੀ ਆਈਏ ਅਸੀਂ ਪ੍ਰਭੂ ਦੀ ਮਹਿਮਾ ਲਈ ਵਚਨ ਭਜਨ ਨੂੰ ਗਾਵਾਂਗੇ, ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਥੈਂਕ ਯੂ ਫਾਦਰ। ਸਾਰੇ ਗਾ ਸਕਦੇ ਆ ਜਿੱਥੇ ਵੀ ਬੈਠੇ ਆ ਅਸੀਂ, ਤਾਂ ਕਿ ਮਿਲ ਕੇ ਅਸੀਂ ਪਰਮੇਸ਼ਰ ਦੀ ਮਹਿਮਾ ਕਰ ਸਕੀਏ। ਹਾਲੇਲੂਇਆ ਹਾਲੇਲੂਇਆ। या रब तू मेरी पाना है, सो तू है मेरी जान। या रब तू मेरी पाना है, सो तू है मेरी जान। खुदावंद दे विच रहंदे है, सो तेरा है मकान। खुदावंद दे विच रहंदे है, सो तेरा है मकान। या रब तू मेरे पाना है, सो तू है
मेरी जान खुदावंद दे विच रहंदे है सो तेरा है मकान सो तेरे यूते कदी भी ना आफत आवेगी सो तेरे ऊते कदी भी ना आफत आवेगी तपाली तेरे डेरे विच ना कदी जावेगी तपाली तेरे डेरे विच ना कदी जावेगी या रब तू मेरे पाना है सो तू है मेरी जान खुदावंद विच रहंदे है सो तेरा है मकान ओ रब तेरे वास्ते करेगा फरिश्तियां नू फरमा रब तेरे वास्ते करेगा फरिश्तियां नू फरमा ते ओ सब तेरिया राहां विच हुण तेरे निगाहां ते ओ सब तेरिया राहां विच हुण तेरे निगाहां या रब तू मेरी पाना है सो तू है मेरी जान खुदावंद दे विच रहंदी है सो तेरा मकान सो तैनू अपने हाथां ते ओ आप उठावणगे सो तैनू अपने हाथां ते ओ आप उठावणगे तद पत्थरां दे नाल तेरे पैर ना ठेडा खावणगे तद पत्थरां दे नाल तेरे पैर ना ठेडा खावणगे या रब तू मेरी पाना है सो तू है मेरी जान खुदावंद दे विच रहंदे है सो तेरा है मकान तू शेर ते सांप लताड़ेगा शेर बच्चे अजगर भी तू शेर ते सांप ताड़ेगा शेर बच्चे अजगर भी तू पैरा हेठा फे में काफिर खोपड़ियो ना दे तो पैरा हेठा फे में गाफिर खोपड़ियो ना दे या रब तू मेरे पाना है सो तू है मेरी जान खुदावंद दे विच रहंदे है सो तेरा है मकान सो तेरा है मकान सो तेरा है मकान सो तेरा है मकान Thank you, Father. Thank you, Father. Hallelujah. Hallelujah. Hallelujah.
सर्वशक्तिमान पिता परमेश्वर, दयालु अनुग्रहकारी दयावान, जमीन आसमान दे मालिक परमेश्वर, सृष्टि नूं बनाउण वाले, पूरी कायनात दे परमेश्वर, खुदावंद अब्राहम इसहाक याकूब दे परमेश्वर ਅਤੇ ਸਾਡੇ ਵੀ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਅੱਜ ਦੇ ਸੁੰਦਰ ਸਮੇਂ ਦੇ ਲਈ ਅੱਜ ਦੇ ਸੁੰਦਰ ਦਿਨ ਦੇ ਲਈ ਖੁਦਾਵੰਦ ਇਹ ਦਿਨ ਜੋ ਸਾਨੂੰ ਦਿਖਾਇਆ ਅਤੇ ਇਸ ਪ੍ਰਭੂ ਸਾਨੂੰ ਸਭ ਜਨ ਨੂੰ ਪ੍ਰਭੂ ਇਸ ਆਨਲਾਈਨ ਮੀਟਿੰਗ ਦੇ ਵਿੱਚ ਇਕੱਠੇ ਹੋਣ ਦੇ ਲਈ ਮੌਕਾ ਦਿੱਤਾ ਪ੍ਰਭੂ ਅਸੀਂ ਤੁਹਾਡਾ ਲੱਖ ਲੱਖ ਸ਼ੁਕਰ ਕਰਦੇ ਹਾਂ ਲੱਖ ਲੱਖ ਧੰਨਵਾਦ ਕਰਦੇ ਹਾਂ ਖਾਸ ਕਰ ਪਰਮੇਸ਼ਰ ਜਿੰਨੇ ਵੀ ਭਾਈ ਭੈਣ ਇਸ ਜਗ੍ਹਾ ਤੇ ਇਕੱਠੇ ਹੋਏ ਆ ਖੁਦਾਵੰਦ ਅਤੇ ਪਰਮੇਸ਼ਰ ਖਾਸ ਕਰ ਪ੍ਰਭੂ ਜੀ ਮੈਂ ਅੱਗੇ ਤੁਹਾਡੇ ਬੇਟੇ ਨੂੰ ਤੁਹਾਡੇ ਸਮਰਥੀ ਹੱਥਾਂ ਦੇ ਵਿੱਚ ਦੇ ਦੇਣਾ परमेश्वर जो वचन दी सेवकाई नूं लैके आया खुदावंद परमेश्वर तुहाडा आत्मा उन्हां दे नाल होके प्रभु उन्हां दे विच दी होके प्रभु साडे नाल अज गलबात करे कि परमेश्वर तुहाडा वचन अज सानू की कहना चाह रहा वा या तुहाडा वचन सानू की आज्ञा देना चाह रहा वा कि परमेश्वर ताकि असीं उस आज्ञा दे अनुसार अपने जीवन नूं व्यतीत कर सकीए तुहाडी मर्जी दे अनुसार अपने जीवन नूं जी सकीए तुहाडी मर्जी दे अनुसार प्रभु असीं हर एक खुशी नूं परमेश्वर प्रभु तुहाडी महिमा लई गा सकीए खुदावंद असीं तुहाडा धन्नवाद करदा प्रभु मैं तुहाडे बेटे नूं तुहाडे हत्थां दे विच दे देना परमेश्वर ओनू अपनी रूह दी अग बना के इस्तेमाल कर खुदावंद ताकि परमेश्वर जद भी ओ बोले तुहाडे कलाम दे विच परमेश्वर प्रभु ओ नहीं बल्कि तुहाडा आत्मा उन्हां दे विच दी होके बोले ताकि परमेश्वर जो भी जिन्ने भी जन सुन रहा परमेश्वर सुनन वालियां दी जिंदगियां बदल जीवन बदल जान खुदावंद ताकि परमेश्वर असीं तुहाडे स्वर्ग राज्य लई तैयार हो सकीए प्रभु जी सारा आदर सारी महिमा सारा जलाल सारे समय नूं तुहाडे हत्थां च दिंदे होए इस प्रार्थना नूं खुदावंद तुहाडे बेटे साडे उद्धारकर्ता प्रभु यीशु मसीह दे जिंदा जलाली जीवित महान अते कदूस नाम दे विच होके मंगदे हां आमीन 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 हालेलुया थैंक यू यस सुलेमान भाई डैनियल हाँ जी आ रही आवाज अपने मैं वीडियो बंद ही रहने दवा नहीं तो खोल के भी देख ला कोई ना खोल ला मेरी भी तो वीडियो खोल ला थोड़ा वो प्रॉब्लम के बिना अंधेरा ज्यादा आ रहा है अच्छा कोई ना फिर वीडियो बंद रख ला ओके हाँ जी मेरे वाले सारे नु जैम सीरी ਅੱਜ ਆਪਾਂ ਖੁਦਾ ਦੇ ਬਚਨਾਂ ਦੇ ਵਿੱਚੋਂ ਪੜਾਂਗੇ ਕਿ ਅੱਜ ਸਾਨੂੰ ਪਤਾ ਹੈ ਕਿ ਅੰਤ ਦਾ ਸਮਾਂ ਬਹੁਤ ਨੇੜੇ ਆ ਚੁੱਕਾ ਹੈ ਤੇ ਅੱਜ ਅਸੀਂ ਦੇਖਾਂਗੇ ਕਿ ਕੀ ਸਾਡੀ ਤਿਆਰੀ ਹੈ ਜਾਂ ਨਹੀਂ ਹੈ ਅੱਜ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ ਕਿ ਅਸੀਂ ਪਰਮੇਸ਼ਵਰ ਦੇ ਲਾਇਕ ਬਣ ਗਏ ਆ ਜਾਂ ਅਸੀਂ ਪਰਮੇਸ਼ਵਰ ਦੇ ਨਾਲ ਚੱਲਣ ਵਾਲੇ ਬਣ ਗਏ ਆ ਜਾਂ ਅਸੀਂ ਦੇਖੀਏ ਕਿ ਅੰਤ ਦਾ ਸਮਾਂ ਜੋ ਆਉਣ ਵਾਲਾ ਹੈ ਅਸੀਂ ਪਰਮੇਸ਼ਵਰ ਦੇ ਨਾਲ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਇਸੇ ਤਰ੍ਹਾਂ ਆਪਾਂ ਅੱਜ ਦੇ ਵਚਨ ਨੂੰ ਦੇਖਾਂਗੇ ਕਿ ਅੱਜ ਦੀ ਸਾਡੀ ਤਿਆਰੀ ਕਿਸ ਤਰ੍ਹਾਂ ਦੀ ਹੈ ਆइए ਆਪਾਂ ਵਚਨ ਦੇ ਵਿੱਚੋਂ ਦੇਖਦੇ ਹਾਂ ਮਤੀ ਉਹਦਾ 23 ਅਧਿਆਇ ਮਤੀ ਦੀ ਅੰਜੀਲ ਉਹਦਾ 23 ਅਧਿਆਇ ਉਹਦੀ ਆਪਾਂ 27 ਐਤ ਨੂੰ ਦੇਖਦੇ ਹਾਂ 27 ਐਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ कि हे कपटी शास्त्रियों और फरिसियों तुम पर हाय तुम चुना फिरी हुई कब्रों के समान हो जो ऊपर से तो सुंदर दिखाई देती है परंतु भीतर मुर्दों की हड्डियां और सब प्रकार की मलिनता से भरी है और 28 आयत ਨੂੰ देखते हैं इसके ਵਿੱਚ लिखा है कि इसी रीति से तुम भी ऊपर से मनुष्यों को धर्मी दिखाई देते हो परंतु भीतर कपट और अधर्म से भरे हुए हो ये प्रभु जी का वचन है जो सानू सिखा रहा है कि जेडे फरीसी और शास्त्री है वो उन्हां दे बारे दस्सिया गया परमेश्वर ने कि तुसी अंदरों किस तरह दे कि लिखा है कि तुसी चूना फिरी हुई कब्रां दे समान हो जेडे बाहरों तो बहुत सोहणियां दिखाई दिंदियां है लेकिन तुहाडे अंदर छल कपट और दूसरे नू तुच्छ समझना मतलब बहुत वैर भाव भरिया होया है तुहाडे अंदर और जिस तरह ਆਪਾਂ ਲੁਕਾ 18 ਦੀ 10 ਦੇ ਵਿੱਚ ਦੇਖਦੇ ਆ ਲੁਕਾ 18 ਦੀ 10 ਦੇ ਵਿੱਚ ਲਿਖਿਆ ਹੈ ਕਿ ਦੋ ਮਨੁੱਖ ਮੰਦਰ ਚ ਪ੍ਰਾਰਥਨਾ ਕਰਨ ਗਏ ਇੱਕ ਫਰੀਸੀ ਸੀ ਦੂਸਰਾ ਚੁੰਗੀ ਲੈਣ ਵਾਲਾ ਹੁਣ ਇੱਥੇ ਉਹੀ ਗੱਲ ਆ ਗਈ ਕਿ ਪਰਮੇਸ਼ਵਰ ਇੱਥੇ ਸ਼ਾਸਤਰੀਆਂ ਔਰ ਫਰੀਸੀਆਂ ਨੂੰ ਕਹਿ ਰਿਹਾ ਕਿ ਤੁਸੀਂ ਚੂਨਾ ਫਿਰੀ ਹੋਈ ਕਬਰਾਂ ਦੇ ਸਮਾਨ ਹੋ ਤਾਂ ਇੱਥੇ ਪਰਮੇਸ਼ਵਰ ਸਾਨੂੰ ਲੁਕਾ 18 ਦੀ 10 ਦੇ ਵਿੱਚ ਸਿਖਾਉਂਦਾ ਆ ਕਿ ਜਿਹੜਾ ਫਰੀਸੀ ਸੀ ਉਹਨੇ ਪਰਮੇਸ਼ਵਰ ਦੇ ਸਾਹਮਣੇ ਕਿਸ ਤਰ੍ਹਾਂ ਦੁਆ ਕੀਤੀ
ਉਸਨੇ ਪਰਮੇਸ਼ਰ ਦੇ ਅੱਗੇ ਦੁਆ ਕੀਤੀ ਕਿ हे ਪਰਮੇਸ਼ਰ, ਮੈਂ ਰੋਜ਼ੇ ਰੱਖਦਾ ਆ, ਮੈਂ ਤੇਰਾ ਹਰ ਵਕਤ ਧੰਨਵਾਦ ਕਰਦਾ ਆ, ਮੈਂ ਇਸ ਚੁੰਗੀ ਲੈਣ ਵਾਲੇ ਵਰਗਾ ਨਹੀਂ ਆ। ਉਸਨੇ ਕੁਝ ਆਪਣੀ ਬੜਾਈ ਦੇ ਵਿੱਚ ਕੁਝ ਜ਼ਿਆਦਾ ਹੀ ਕਿਹਾ ਕਿ ਆਪਣੀ ਬੜਾਈ ਕਰਦਾ ਪਿਆ ਸੀਗਾ ਕਿ ਮੈਂ ਰੋਜ਼ੇ ਵੀ ਰੱਖਦਾ ਆ, ਮੈਂ ਲੰਬੀਆਂ ਲੰਬੀਆਂ ਦੁਆਵਾਂ ਵੀ ਕਰਦਾ ਆ, ਮੈਂ ਦਾਨ ਦਸ਼ਮੰਦ ਵੀ ਦਿੰਦਾ, ਮੈਂ ਸਾਰਾ ਕੁਝ ਕਰਦਾ, ਮੈਂ ਇਸ ਚੁੰਗੀ ਲੈਣ ਵਾਲੇ ਵਰਗਾ ਨਹੀਂ ਆ। ਉਹਨੇ ਮਤਲਬ ਆਪਣੀ ਬੜਾਈ ਦੱਸੀ, ਔਰ ਚੁੰਗੀ ਲੈਣ ਵਾਲੇ ਨੇ ਅੱਖਾਂ ਸਵਰਗ ਵੱਲ ਵੀ ਚੱਕਣੀਆਂ ਠੀਕ ਨਹੀਂ ਸਮਝੀਆਂ ਤੇ ਚੁੰਗੀ ਲੈਣ ਵਾਲੇ ਨੇ ਇੱਕ ਗੱਲ ਕਹੀ ਕਿ हे ਪਰਮੇਸ਼ਵਰ, ਮੈਂ ਪਾਪੀ ਆ, ਮੇਰੇ ਉੱਤੇ ਦਇਆ ਕਰ। ਹੁਣ ਇਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਵੀ ਪਰਮੇਸ਼ਵਰ ਨੇ ਚੂਨਾ ਫਿਰੀ ਹੋਈ ਕਬਰਾਂ ਕਿਉਂ ਕਿਹਾ ਗਿਆ, ਕਿਉਂਕਿ ਅਸੀਂ ਬਾਹਰੋਂ ਜਿੰਨਾ ਵਧੀਆ ਦਿਖਾਈ ਦਿੰਦੇ ਆ, ਅੱਜ ਸਾਡੀ ਲਾਈਫ ਸਟਾਈਲ ਕੀ ਹੈ, ਅੱਜ ਸਾਡੀ ਲਾਈਫ ਸਟਾਈਲ ਇਹ ਹੈ ਕਿ ਅਸੀਂ ਬਾਹਰੋਂ ਸੱਜ ਧੱਜ ਕੇ ਰਹਿੰਦੇ ਆ ਤੇ ਬਾਹਰ ਕੋਈ ਸਾਨੂੰ ਦੇਖਦਾ ਹੈ, ਉਹ ਕਹਿੰਦਾ ਹੈ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ, ਲੇਕਿਨ ਕੀ ਅਸੀਂ ਅੰਦਰੋਂ ਵੀ ਉਨੇ ਸੋਹਣੇ ਹੈ ਜਿੰਨੇ ਅਸੀਂ ਬਾਹਰੋਂ ਲੱਗਦੇ ਪਏ ਹਾਂ? ਕੀ ਅਸੀਂ ਅੱਜ ਉਸ ਤਰ੍ਹਾਂ ਦੀ ਤਿਆਰੀ ਹੈ ਸਾਡੀ? ਇਸੇ ਨੂੰ ਐਗਜ਼ਾਮਪਲ ਦੇ ਤੌਰ ਤੇ ਦੇਖਦੇ ਹਾਂ, 10 ਕੁਆਰੀਆਂ ਦਾ ਜਿਹੜਾ ਉਦਾਹਰਨ ਦਿੱਤਾ ਸੀ ਪਰਮੇਸ਼ਵਰ ਨੇ, ਉਹ ਕਿਸ ਤਰ੍ਹਾਂ ਸਾਨੂੰ ਦਿਖਾਇਆ ਗਿਆ ਆ। ਉਸ ਦੇ ਵਿੱਚ ਲਿਖਿਆ ਆ ਕਿ ਜਦੋਂ ਅਸੀਂ ਮੱਤੀ 25 ਨੂੰ ਦੇਖਦੇ ਹਾਂ, ਉਹਦੇ ਵਿੱਚ ਲਿਖਿਆ ਆ 10 ਕੁਆਰੀਆਂ ਦਾ ਦ੍ਰਿਸ਼ਟਾਂਤ। उसके ਵਿੱਚ लिखा है कि स्वर्ग का राज्य उन 10 कुंवारियों के समान होगा जो अपनी मशाले लेकर दूल्हे से भेंट करने को निकली। कि मतलब ਜਿਹੜਾ ਪਰਮੇਸ਼ਰ ਦਾ ਰਾਜ ਹੈ, ਜਿਹੜਾ ਪਰਮੇਸ਼ਰ ਦਾ ਆਉਣ ਵਾਲਾ ਟਾਈਮ ਆ, ਉਹ ਨਾ 10 ਕੁਵਾਰੀਆਂ ਦੇ ਸਮਾਨ ਹੋਊਗਾ ਜਿਹੜੀਆਂ ਮਸਾਲਾਂ ਲੈ ਕੇ दूल्हे ਦੇ ਨਾਲ ਲਾੜੇ ਦੇ ਨਾਲ ਭੇਂਟ ਕਰਨ ਨੂੰ ਨਿਕਲੀ। ਤੇ ਜਿਹੜੀਆਂ ਵਿੱਚੋਂ 5 ਸੀਗੀਆਂ ਉਹ ਸਮਝਦਾਰ ਸੀਗੀਆਂ। ਲਿਖਿਆ ਹੈ कि उनमें 5 मूर्ख और 5 समझदार थे। मतलब ਜਿਹੜੀਆਂ 5 ਸਮਝਦਾਰ ਸੀਗੀਆਂ ਉਹ ਅਲੱਗ ਔਰ 5 ਅਲੱਗ, 5 ਮੂਰਖ ਸੀਗੀਆਂ। ਔਰ ਇਹਨਾਂ ਦੇ ਵਿੱਚੋਂ ਮਤਲਬ ਅਲੱਗ-ਅਲੱਗ ਕਿਉਂ ਕਿਹਾ ਗਿਆ ਪਰਮੇਸ਼ਵਰ ਨੇ ਕਿ ਜਿਹੜੀਆਂ 5 ਜਿਹੜੀਆਂ ਸਮਝਦਾਰ ਸੀਗੀਆਂ ਉਹ ਆਪਣੇ ਨਾਲ ਮਸ਼ਾਲ ਵੀ ਲੈ ਕੇ ਆਈ ਸੀ, ਮਸ਼ਾਲ ਦੇ ਨਾਲ-ਨਾਲ ਉਹ ਐਕਸਟਰਾ ਆਇਲ ਵੀ ਲੈ ਕੇ ਆਈ ਸੀ। ਔਰ ਲੇਕਿਨ ਜਿਹੜੀਆਂ 5 ਮੂਰਖ ਸੀਗੀਆਂ ਉਹ ਸਿਰਫ ਮਸ਼ਾਲਾ ਲੈ ਕੇ ਆਈਆਂ ਸੀ, ਲੇਕਿਨ ਨਾਲ ਆਇਲ ਨਹੀਂ ਲੈ ਕੇ ਆਈਆਂ ਸੀ। ਅਗਰ ਅਸੀਂ ਆਇਲ ਨੂੰ ਦੇਖਦੇ ਹਾਂ, ਆਇਲ ओल्ड टेस्टमेंट ਦੇ ਵਿੱਚ ਇੱਕ ਚਿੰਨ੍ਹ ਸੀ ਜਿਸ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਸੀਗਾ। ਅਸੀਂ ਪੁਰਾਣੇ ਨਿਯਮ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿਸੇ ਨੂੰ ਵੀ ਅਭਿਸ਼ੇਕ ਕੀਤਾ ਜਾਂਦਾ ਸੀ ਤੇ ਉਹਦੇ ਸਿਰ ਦੇ ਉੱਤੇ ਤੇਲ ਪਾਇਆ ਜਾਂਦਾ ਸੀਗਾ। ਰਾਜਾ ਸ਼ਾਉਲ ਨੂੰ ਜਦੋਂ ਆਪਣੇ ਸ਼ਮੂਏਲ ਨੇ ਅਭਿਸ਼ੇਕ ਕੀਤਾ ਸੀਗਾ, ਉਹਦੇ ਸਿਰ ਦੇ ਵਿੱਚ ਤੇਲ ਪਾ ਕੇ ਉਹਨੂੰ ਅਭਿਸ਼ੇਕ ਕੀਤਾ ਸੀਗਾ। ਰਾਜਾ ਡੇਵਿਡ ਨੂੰ ਵੀ ਜਦੋਂ ਅਭਿਸ਼ੇਕ ਕੀਤਾ ਗਿਆ ਸੀਗਾ, ਉਹਦੇ ਸਿਰ ਦੇ ਉੱਤੇ ਤੇਲ ਪਾਇਆ ਗਿਆ ਸੀਗਾ ਤੇ ਉਹਨੂੰ ਅਭਿਸ਼ੇਕ ਕੀਤਾ ਗਿਆ ਸੀਗਾ। ਸੋ मतलब ओल्ड टेस्टमेंट ਦੇ ਵਿੱਚ ਆਇਲ ਦੇ ਨਾਲ ਅਭਿਸ਼ੇਕ ਕੀਤਾ ਜਾਂਦਾ ਸੀਗਾ। तो ਇਹ ਚੀਜ਼ ਉਹ ਦਿਖਾਈ ਗਈ ਹੈ ਕਿ ਜਿਹੜੀਆਂ 5 ਸਮਝਦਾਰ ਇਸਤਰੀਆਂ ਸੀ ਉਹਨਾਂ ਦੇ ਕੋਲ ਆਇਲ ਵੀ ਸੀ, ਯਾਨੀ ਉਹਨਾਂ ਅਭਿਸ਼ੇਕ ਕੀਤਾ ਹੋਇਆ ਸਮਾਨ ਵੀ ਸੀ। ਔਰ ਜੋ 5 ਮੂਰਖ ਸੀਗੀਆਂ ਉਹਨਾਂ ਦੇ ਕੋਲ ਆਇਲ ਨਹੀਂ ਸੀ, ਯਾਨੀ ਉਹ ਬਾਹਰੋਂ ਉਹਨਾਂ ਦੀ ਲਾਈਫ ਸਟਾਈਲ ਬਹੁਤ ਅੱਛੀ ਸੀ, तो ਅੰਦਰੋਂ ਉਹਨਾਂ ਦੀ ਲਾਈਫ ਸਟਾਈਲ ਜਿਹੜੀ ਸੀਗੀ ਉਹ ਸਹੀ ਨਹੀਂ ਸੀਗੀ। मतलब कह सकते हैं कि वो बाहरों अपने आप को दिखाना चाहदियां सीगियां कि ਅਸੀਂ परमेश्वर ਦੇ ਨਾਲ-ਨਾਲ ਚੱਲਦੇ ਹਾਂ, ਅਸੀਂ परमेश्वर ਦੇ ਨਾਲ-ਨਾਲ ਰਹਿੰਦੇ ਹਾਂ, ਅਸੀਂ ਦੁਆ ਕਰਦੇ ਹਾਂ, ਹਰ ਵਕਤ ਅਸੀਂ ਰੋਜ਼ਿਆਂ 'ਚ ਰਹਿੰਦੇ ਹਾਂ, ਹਰ ਵਕਤ ਅਸੀਂ ਲੰਬੀਆਂ-ਲੰਬੀਆਂ ਦੁਆਵਾਂ ਕਰਦੇ, ਗੀਤ ਭਜਨ ਗਾਉਂਦੇ, ਸਾਰਾ ਕੁਝ ਕਰਦੇ ਆ। ਲੇਕਿਨ ਜਿਹੜੇ ਉਹਨਾਂ ਦੇ ਮਨ ਸੀ ਅੰਦਰੋਂ ਉਹ ਬਹੁਤ ਹੀ ਖਰਾਬ ਸੀ। ਮਤਲਬ ਦੂਸਰਿਆਂ ਦੇ ਪ੍ਰਤੀ ਆਪਣੇ ਨਫ਼ਰਤ ਸੀ, ਮਨ ਦੇ ਅੰਦਰ ਛਲ ਕਪਟ ਭਰਿਆ ਰਹਿੰਦਾ ਸੀਗਾ। ਇਹ ਜਿਹੜੇ ਕੁਝ ਲੋਕ ਹੁੰਦੇ ਆ ਨਾ, ਇਹ ਆਪਣੇ ਆਪ ਨੂੰ ਬਾਹਰੋਂ ਧਰਮੀ ਦਿਖਾਉਣਾ ਚਾਹੁੰਦੇ ਆ। ਜਿਸ ਤਰ੍ਹਾਂ ਪਰਮੇਸ਼ਰ ਨੇ ਬਾਰ-ਬਾਰ ਫਰੀਸੀਆਂ ਤੇ ਸ਼ਾਸਤਰੀਆਂ ਦਾ ਉਦਾਹਰਨ ਦੇ ਕੇ ਸਾਨੂੰ ਸਮਝਾਇਆ ਹੈ ਕਿ ਇਹ ਮਤਲਬ ਤੁਸੀਂ ਫਰੀਸੀ ਔਰ ਸ਼ਾਸਤਰੀਆਂ ਵਰਗੇ ਨਾ ਬਣੋ ਕਿ ਜਿਹੜੇ ਬਾਹਰੋਂ ਤਾਂ ਆਪਣੇ ਆਪ ਨੂੰ ਧਰਮੀ ਦਿਖਾਉਂਦੇ ਆ ਲੇਕਿਨ ਅੰਦਰੋਂ ਇਹਨਾਂ ਦੇ ਛਲ ਕਪਟ ਭਰਿਆ ਰਹਿੰਦਾ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਪਰਮੇਸ਼ਰ ਦੇ ਆਉਣ ਦਾ ਜਿਹੜਾ ਸਮਾਂ ਆ, ਪਰਮੇਸ਼ਰ ਦੀ ਆਉਣ ਦੀ ਜਿਹੜੀ ਤਿਆਰੀ ਆ, ਵੀ ਕੀ ਅਸੀਂ ਇਨਸਾਈਡ ਜਿਹੜੀ ਸਾਡੀ ਅੰਦਰੂਨੀ ਆਤਮਾ ਆ ਉਹ ਵੀ ਅਸੀਂ ਜੇ ਆਤਮਾ ਦੇ ਵਿੱਚ ਭਰੇ ਹੋਏ ਆ ਜਾਂ ਨਹੀਂ। ਪਵਿੱਤਰ ਆਤਮਾ ਯਾਨੀ ਮਸ਼ਾਲੇ ਜਿਹੜੀ ਹੈਗੀ ਹੈ, ਇਹਦੇ ਵਿੱਚ ਦਰਸਾਇਆ ਗਿਆ ਹੈ 10 ਕੁਵਾਰੀਆਂ ਦੇ ਦ੍ਰਿਸ਼ਟਾਂਤਾਂ ਦੇ ਵਿੱਚ ਜਿਹੜੀ ਮਸ਼ਾਲਾ ਆ, ਮਸ਼ਾਲਾਂ ਪਰਮੇਸ਼ਵਰ ਨੂੰ ਦਿਖਾਉਂਦੀਆਂ ਆ ਕਿ ਵੀ ਉਹ ਪਰਮੇਸ਼ਵਰ ਹੈ। ਮਸ਼ਾਲ ਜਿਹੜੀ ਹੈ ਪਰਮੇਸ਼ਵਰ ਸਾਡੇ ਨਾਲ ਹੈ। ਔਰ ਕੁੱਪੀਆਂ ਦੇ ਵਿੱਚ ਤੇਲ ਜਿਹੜਾ ਸੀ ਉਹ ਪਵਿੱਤਰ ਆਤਮਾ ਆ। ਉਹ ਪਵਿੱਤਰ ਆਤਮਾ ਕਿ ਅੱਜ ਸਾਡੇ ਅੰਦਰ ਹੈ, ਉਹ ਪਵਿੱਤਰ ਆਤਮਾ। ਅੱਜ ਸਾਨੂੰ ਯੰਗਸਟਰ ਨੂੰ ਖਾਸ ਕਰ ਇਹ ਸੋਚਣਾ ਬਹੁਤ ਜ਼ਰੂਰੀ ਹੈ
ਕਿ ਕੀ ਅਸੀਂ ਪਰਮੇਸ਼ਵਰ ਦੇ ਲਈ ਤਿਆਰ ਹੈ। ਅਗਰ ਪਰਮੇਸ਼ਵਰ ਅੱਜ ਹੀ ਆ ਜਾਵੇ ਤਾਂ ਕੀ ਅੱਜ ਅਸੀਂ ਉਹਦੇ ਨਾਲ ਚੱਲਣ ਲਈ ਤਿਆਰ ਹੈ? ਅੱਜ ਸਾਡੀ ਲਾਈਫ ਸਟਾਈਲ ਕਿਹੜੀ ਹੈ? ਅੱਜ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਪ੍ਰੈਜ਼ੈਂਟ ਕਿਸ ਤਰ੍ਹਾਂ ਕਰਦੇ ਹਾਂ? ਕਿ ਅਸੀਂ ਜੋ ਅਸੀਂ ਆਪਣੇ ਆਪ ਨੂੰ ਦਿਖਾ ਰਹੇ ਹਾਂ ਉਸੇ ਤਰ੍ਹਾਂ ਹੀ ਅਸੀਂ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਹੇ ਹਾਂ? ਅਸੀਂ ਦੂਸਰਿਆਂ ਨੂੰ ਦਿਖਾਉਣ ਵਾਸਤੇ ਤਾਂ ਅਸੀਂ ਬਹੁਤ ਜ਼ਿਆਦਾ ਦਿਖਾਉਂਦੇ ਹਾਂ ਕਿ ਅਸੀਂ ਬੋਰਨ ਕ੍ਰਿਸਚਨ ਆ, ਜਾਂ ਫਿਰ ਅਸੀਂ ਪਰਮੇਸ਼ਵਰ ਦੇ ਵਿੱਚ ਆਏ ਆ, ਸਾਡੀ ਲਾਈਫ ਸਟਾਈਲ ਏਦਾਂ ਦੀ ਹੈ, ਅਸੀਂ ਪਰਮੇਸ਼ਵਰ ਤੋਂ ਬਗੈਰ ਨਹੀਂ ਰਹਿ ਸਕਦੇ, ਅਸੀਂ ਲੰਬੀਆਂ ਲੰਬੀਆਂ ਦੁਆਵਾਂ ਕਰਦੇ ਆ, ਅਸੀਂ ਰੋਜੇ ਰੱਖਦੇ ਆ, ਅਸੀਂ ਦੂਸਰਿਆਂ ਨੂੰ ਧਰਮੀ ਦਿਖਾ ਰਹੇ, ਲੇਕਿਨ ਕੀ ਅਸੀਂ ਖੁਦ ਅੰਦਰੋਂ ਵੀ ਇਹ ਚੀਜ਼ ਹੈ ਜਾਂ ਨਹੀਂ? ਇਹ ਪਰਮੇਸ਼ਵਰ ਸਾਡੇ ਮਨਾਂ ਨੂੰ ਅੱਛੇ ਤਰੀਕੇ ਨਾਲ ਜਾਣਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਹਾਂ। ਇੱਕ ਐਗਜ਼ਾਮਪਲ ਹੈ ਕਿ ਅਸੀਂ ਚਰਚ ਵਿੱਚ ਬਹੁਤ ਵਧੀਆ ਰਹਿੰਦੇ ਹਾਂ, ਲੇਕਿਨ ਅਸੀਂ ਘਰ ਦੇ ਵਿੱਚ ਕਿਸ ਤਰ੍ਹਾਂ ਰਹਿੰਦੇ ਹਾਂ ਇਹ ਸਾਨੂੰ ਪਤਾ ਹੈ, ਕਿਉਂਕਿ ਸਾਡੇ ਮਨ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਚਰਚ ਵਿੱਚ ਆਪਣੇ ਆਪ ਨੂੰ ਵਧੀਆ ਦਿਖਾਵਾਂਗੇ, ਚਰਚ ਨੇ ਸਾਡੇ ਘਰੇ ਨਹੀਂ ਆਉਣਾ ਹੈਗਾ। ਸਾਡੀ ਲਾਈਫ ਸਟਾਈਲ ਕਿਹੋ ਜਿਹੀ ਚੱਲ ਰਹੀ ਹੈ ਕਿ ਅਸੀਂ ਜਿਸ ਤਰ੍ਹਾਂ ਅਸੀਂ ਪਰਮੇਸ਼ਵਰ ਦੇ ਵਿੱਚ ਅਸੀਂ ਲੋਕਾਂ ਨੂੰ ਦਿਖਾਉਂਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਭਵਨ ਦੇ ਵਿੱਚ ਜਾਂਦੇ ਹਾਂ, ਚਰਚ ਵਿੱਚ ਜਾ ਕੇ ਅਸੀਂ ਦਿਖਾਉਂਦੇ ਹਾਂ ਕਿ ਮੈਂ ਬਹੁਤ ਧਰਮੀ ਆ, ਮੈਂ ਬਹੁਤ ਹਲੀਮ ਆ, ਮੈਂ ਬਹੁਤ ਸਹੀ ਤਰੀਕੇ ਨਾਲ ਚਰਚ ਆਉਣਾ ਆ, ਮੇਰੇ ਮਨ ਦੇ ਵਿੱਚ ਕਪਟ ਨਹੀਂ ਹੈ, ਵੈਰ ਭਾਵ ਨਹੀਂ ਹੈ। ਲੇਕਿਨ ਸਹੀ ਮਾਇਨੇ ਦੇ ਵਿੱਚ ਸਾਡਾ ਉਦੋਂ ਪਤਾ ਲੱਗਦਾ ਹੈ ਕਿ ਮੰਨ ਲਓ ਅਸੀਂ ਇਕੱਲੇ ਕਿਤੇ ਜਾਂਦੇ ਹੋਈਏ ਔਰ ਰਸਤੇ ਦੇ ਵਿੱਚ ਮੰਨ ਲਓ ਇੱਕ ਟੋਇਆ ਪੱਟਿਆ ਹੋਇਆ ਆ, ਉਹਦੇ ਵਿੱਚ ਪਾਣੀ ਪਿਆ ਹੋਵੇ, ਔਰ ਰਸਤੇ ਦੇ ਵਿੱਚ ਕੋਲ ਦੀ ਅਗਰ ਕੋਈ ਤੇਜ਼ ਗੱਡੀ ਲੈ ਕੇ ਨਿਕਲ ਜਾਵੇ ਔਰ ਉਹ ਸਾਰੇ ਛਿੱਟੇ ਸਾਡੇ ਉੱਤੇ ਆ ਜਾਵੇ, ਸਾਡਾ ਸਹੀ ਚਰਿੱਤਰ ਉੱਥੇ ਪਤਾ ਲੱਗਣਾ ਆ ਵੀ ਅਸੀਂ ਕਿੰਨੇ ਕੁ ਧਰਮੀ ਆ ਜਾਂ ਅਸੀਂ ਕਿੰਨੇ ਕੁ ਪਰਮੇਸ਼ਵਰ ਦੇ ਲਾਇਕ। ਅਗਰ ਸਾਡੇ ਮਨ ਦੇ ਵਿੱਚ ਗੁੱਸਾ ਆਉਂਦਾ ਹੈ ਉਸੇ ਟਾਈਮ ਔਰ ਉਹ ਕਾਰ ਵਾਲੇ ਨੂੰ ਗਾਲਾਂ ਕੱਢੀਏ ਜਾਂ ਕਾਰ ਵਾਲੇ ਦੀ ਬੁਰਾ ਭਲਾ ਬੋਲੀਏ, ਤੇ ਮਤਲਬ ਅਸੀਂ ਪਰਮੇਸ਼ਵਰ ਦੇ ਲਾਇਕ ਨਹੀਂ ਬਣੇ ਹਜੇ, ਸਾਡੀ ਤਿਆਰੀ ਪੂਰੀ ਨਹੀਂ ਹੋਈ ਹੈ ਹਜੇ, ਅਸੀਂ ਹਜੇ ਬਹੁਤ ਹੀ ਜ਼ਿਆਦਾ ਕਮਜ਼ੋਰ ਹਾਂ। ਸੋ ਸਾਨੂੰ ਇਹ ਇੱਕ ਪਰਮੇਸ਼ਵਰ ਨੇ ਐਗਜ਼ਾਮਪਲ ਦਿੱਤਾ ਕਿ 10 ਕੁਵਾਰੀਆਂ ਜਿਹੜੀਆਂ ਸੀਗੀਆਂ, 5 ਸਮਝਦਾਰ ਸੀ ਔਰ 5 ਮੂਰਖ ਸੀ। ਜਿਹੜੀਆਂ 5 ਸਮਝਦਾਰ ਸੀ ਉਹਨਾਂ ਨੇ ਮਸ਼ਾਲਾਂ ਵੀ ਲਈਆਂ, ਨਾਲ ਐਕਸਟਰਾ ਆਇਲ ਵੀ ਰੱਖਿਆ, ਔਰ ਜਿਹੜੀਆਂ 5 ਮੂਰਖ ਸੀ ਉਹਨਾਂ ਨੇ ਕੱਲੀਆਂ ਮਸ਼ਾਲਾਂ ਰੱਖੀਆਂ, ਯਾਨੀ ਪਰਮੇਸ਼ਵਰ ਉਹਨਾਂ ਦੇ ਨਾਲ ਸੀ ਲੇਕਿਨ ਉਹ ਅੰਦਰੋਂ ਪਵਿੱਤਰ ਆਤਮਾ ਦੇ ਨਾਲ ਨਹੀਂ ਭਰੀਆਂ ਹੋਈਆਂ ਸੀ। ਉਹਨਾਂ ਨੇ ਆਪਣੇ ਆਪ ਨੂੰ ਬਾਹਰੋਂ ਧਰਮੀ ਦਿਖਾਇਆ ਸੀਗਾ। ਉਹ ਜਿਹੜੀਆਂ 5 ਮੂਰਖ ਸੀਗੀਆਂ, ਜਦੋਂ ਲਾੜੇ ਦਾ ਟਾਈਮ ਹੋਇਆ ਕਿ ਲਾੜਾ ਜਦੋਂ ਆਉਣ ਵਾਲਾ ਸੀ, ਲਾੜੇ ਨੇ ਆ ਕੇ ਜਦੋਂ ਆਉਣ ਦਾ ਟਾਈਮ ਹੋਇਆ ਤੇ ਜਿਹੜੀਆਂ ਮੂਰਖਾਂ ਸੀਗੀਆਂ ਉਹਨਾਂ ਦੀਆਂ ਮਸ਼ਾਲਾਂ ਬੁਝਣ ਲੱਗ ਪਈਆਂ, ਤੇ ਮੂਰਖਾਂ ਨੇ ਜਾ ਕੇ ਸਮਝਦਾਰਾਂ ਨੂੰ ਕਿਹਾ ਕਿ ਤੁਸੀਂ ਵੀ ਸਾਨੂੰ ਆਪਣੇ ਤੇਲ ਦੇ ਵਿੱਚੋਂ ਥੋੜਾ ਜਿਹਾ ਦੇ ਦਿਓ ਤਾਂ ਕਿ ਸਾਡਾ ਵੀ ਕੰਮ ਸਰ ਜਾਵੇ ਤੇ ਤੁਹਾਡਾ ਵੀ ਕੰਮ ਸਰ ਜਾਵੇ। ਜਿਹੜੀਆਂ ਸਮਝਦਾਰਾਂ ਸੀਗੀਆਂ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਖਰੀਦ ਲਓ, ਕਿ ਇਹ ਤੁਹਾਡੇ ਲਈ ਵੀ ਪੂਰਾ ਨਾ ਹੋਵੇ, ਕੀ ਪਤਾ ਇਹ ਸਾਡੇ ਲਈ ਵੀ ਪੂਰਾ ਨਾ ਹੋਵੇ, ਇਸ ਲਈ ਤੁਸੀਂ ਜਾ ਕੇ ਖਰੀਦ ਲਓ। ਤੇ ਅੰਤ ਦੇ ਸਮੇਂ 'ਚ ਉਹ ਖਰੀਦਣ ਨੂੰ ਚਲੇ ਗਈਆਂ। ਯਾਨੀ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਅੰਤ ਦਾ ਟਾਈਮ ਆਇਆ, ਅਸੀਂ ਉਦੋਂ ਆਪਣੇ ਆਪ ਨੂੰ ਸਹੀ ਬਣਾ ਰਹੇ ਹਾਂ ਜਾਂ ਅਸੀਂ ਪਰਮੇਸ਼ਵਰ ਦੇ ਨਾਲ ਕਿਸ ਤਰ੍ਹਾਂ ਸਹੀ ਚੱਲ ਰਹੇ ਹਾਂ। ਸਮਝਦਾਰਾਂ ਨੇ ਖਰੀਦਣ ਨੂੰ ਕਿਹਾ। ਖਰੀਦਣ ਦਾ ਮਤਲਬ ਇਹ ਆ ਕਿ ਅੱਜ ਸਾਨੂੰ ਪਰਮੇਸ਼ਵਰ ਦਾ ਜਿਹੜਾ ਅਨੁਗ੍ਰਹ ਆ ਇਹ ਸਾਨੂੰ ਮੋਲ ਖਰੀਦਣਾ ਪੈਣਾ। ਮੋਲ ਖਰੀਦਣ ਦਾ ਮਤਲਬ ਇਹ ਆ ਕਿ ਜਿਸ ਤਰ੍ਹਾਂ ਅਸੀਂ ਕੋਈ ਵੀ ਮੰਨ ਲਓ ਕਿ ਘਰ ਦੇ ਵਿੱਚ ਵਿਆਹ ਜਾਂ ਫੰਕਸ਼ਨ ਹੈ ਔਰ ਅਸੀਂ ਸਾਰੇ ਕੰਮ ਕਾਜ ਛੱਡ ਕੇ ਫਿਰ ਅਸੀਂ ਜਾਂਦੇ ਆ ਸ਼ਾਪਿੰਗ ਕਰਨ, ਯਾਨੀ ਸਾਰੇ ਕੰਮ ਪੈਂਡਿੰਗ ਛੱਡ ਕੇ ਫਿਰ ਜਾਂਦੇ ਆ। ਇਸੇ ਤਰ੍ਹਾਂ ਪਰਮੇਸ਼ਵਰ ਦਾ ਵੀ ਇਹ ਦੁਆ ਪ੍ਰਾਰਥਨਾ ਆ ਕਿ ਸਾਨੂੰ ਸਾਰੇ ਕੰਮ ਛੱਡ ਕੇ ਦੁਆ ਪ੍ਰਾਰਥਨਾ ਖਰੀਦਣੀ ਪੈਣੀ ਹੈ। ਯਾਨੀ ਪਰਮੇਸ਼ਵਰ ਦੀ ਜਿਹੜੀ ਦੁਆ ਪ੍ਰਾਰਥਨਾ ਆ ਉਹਦੇ ਲਈ ਸਾਨੂੰ ਟਾਈਮ ਕੱਢਣਾ ਪੈਣਾ ਹੈ। ਯਾਨੀ ਜਿਹੜਾ ਟਾਈਮ ਅਸੀਂ ਜਿਹੜੇ ਦੂਸਰੇ ਕੰਮਾਂ ਦੇ ਵਿੱਚ ਵਿਅਰਥ ਗਵਾਉਂਦੇ ਆ, ਉਹ ਟਾਈਮ ਛੱਡ ਕੇ ਅਸੀਂ ਪਰਮੇਸ਼ਵਰ ਲਈ ਆਪਣੀ ਦੁਆ ਪ੍ਰਾਰਥਨਾ ਦਾ ਟਾਈਮ ਕਮਾਈਏ ਜਾਂ ਬਾਏ ਕਰੀਏ, ਖਰੀਦੀਏ, ਤੇ ਉਹ ਸਾਡੇ ਲਈ ਬੈਸਟ ਆਪਸ਼ਨ ਆ। ਉਹਨਾਂ 5 ਸਮਝਦਾਰਾਂ ਨੇ ਮੂਰਖਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਆਪਣੇ ਲਈ ਮੋਲ ਖਰੀਦ ਲਿਆਓ। ਉਹ ਚਲੇ ਗਈਆਂ, ਮੋਲ ਖਰੀਦਣ ਚਲੇ ਗਈਆਂ, ਤੇ ਜਦੋਂ ਲਾੜਾ ਆਇਆ ਉਹਨਾਂ ਨੇ 5 ਨੂੰ ਦੇਖਿਆ ਤੇ 5 ਨੂੰ ਅੰਦਰ ਲੈ ਗਿਆ, ਔਰ ਜਦੋਂ ਮੂਰਖਾਂ ਨੂੰ ਪਤਾ ਲੱਗਿਆ ਕਿ 5 ਅੰਦਰ ਚਲੇ ਗਈਆਂ, ਉਹ ਫੇਰ ਦੁਬਾਰਾ ਆਈਆਂ ਔਰ ਆ ਕੇ ਉਹਨਾਂ ਨੇ ਦਰਵਾਜ਼ਾ ਖੜਕਾਇਆ, ਔਰ ਲਾੜੇ ਨੇ ਜਦੋਂ ਦਰਵਾਜ਼ਾ ਖੋਲਿਆ ਤੇ ਉਹਨੇ ਪੁੱਛਿਆ ਕਿ ਉਹ ਸਿੱਧੇ ਕਹਿੰਦਾ, ਲਾੜਾ ਕਹਿੰਦਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਤੇ ਅੱਜ ਜਦੋਂ ਅਸੀਂ ਆਪਣਾ ਕੀਮਤੀ ਸਮਾਂ ਪਰਮੇਸ਼ਵਰ ਨੂੰ ਨਹੀਂ ਦਿੰਦੇ, ਯਾਨੀ ਇਹ 5 ਸਮਝਦਾਰ ਕੁਵਾਰੀਆਂ ਵਰਗੇ ਨਹੀਂ ਬਣਦੇ, ਤੇ ਅੱਜ ਅਸੀਂ ਦੁਆ ਪ੍ਰਾਰਥਨਾ ਜਾਂ ਹੋਰ ਅਸੀਂ ਆਪਣੇ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਨਹੀਂ ਵੱਧਦੇ, ਤੇ ਜਦੋਂ ਅੰਤ ਦਾ ਸਮਾਂ ਆਏਗਾ ਤਾਂ ਪਰਮੇਸ਼ਵਰ ਨੇ ਸਾਨੂੰ ਇਹ ਨਹੀਂ ਦੇਖਣਾ ਕਿ ਅਸੀਂ ਕਿੰਨੇ
ਦੁਆਵਾਂ ਕੀਤੀਆਂ, ਕਿੰਨੇ ਅਸੀਂ ਰੋਜ਼ੇ ਰੱਖੇ, ਕਿੰਨੇ ਅਸੀਂ ਚਮਤਕਾਰ ਕੀਤੇ ਜਾਂ ਹੋਰ ਵੀ ਕੁਝ ਅਸੀਂ ਜ਼ਿੰਦਗੀ ਦੇ ਵਿੱਚ ਕੀਤਾ ਹੈ, ਪਰਮੇਸ਼ਵਰ ਨੇ ਇਹ ਕੁਛ ਨਹੀਂ ਦੇਖਣਾ। ਉਹਨੇ ਸਾਡੀ ਇਨਸਾਈਡ ਲਾਈਫ ਦੇਖਣੀ ਹੈ ਕਿ ਸਾਡੀ ਇਨਸਾਈਡ ਲਾਈਫ ਕੈਸੀ ਸੀ, ਕਿ ਅਸੀਂ ਪਰਮੇਸ਼ਵਰ ਦੇ ਨਾਲ ਵਾਕਈ ਸਹੀ ਤਰੀਕੇ ਨਾਲ ਚੱਲੇ ਹਾਂ। ਜਿਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ ਕਿ ਪਰਮੇਸ਼ਵਰ ਦਾ ਪੁੱਤਰ ਆਪ ਸੇਵਾ ਕਰਵਾਉਣ ਵਾਸਤੇ ਨਹੀਂ ਆਇਆ, ਬਲਕਿ ਆਪ ਸੇਵਾ ਕਰਨ ਲਈ ਆਇਆ। ਅੱਜ ਸਾਨੂੰ ਚਰਚ ਵਿੱਚ ਵੀ ਕੋਈ ਛੋਟੇ ਤੋਂ ਛੋਟਾ ਕੰਮ ਵੀ ਕਿਹਾ ਜਾਂਦਾ ਹੈ, ਸਾਡੇ ਅੰਦਰ ਅਲੱਗ ਤਰ੍ਹਾਂ ਦਾ ਐਟੀਟਿਊਡ ਭਰ ਜਾਂਦਾ ਹੈ ਕਿ ਅਸੀਂ ਇਹ ਕੰਮ ਕਿਉਂ ਕਰੀਏ। ਅੱਜ ਸਾਡੇ ਅੰਦਰ ਵੀ ਮਤਲਬ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਆ ਕਿ ਵੀ ਮੇਰੇ ਕੋਲ ਇੱਕ ਅਹੁਦਾ, ਮਤਲਬ ਮੇਰੇ ਕੋਲ ਇੱਕ ਪਦਵੀ ਮਿਲੀ ਹੋਈ ਹੈ ਤੇ ਮੈਂ ਉਸ ਪਦਵੀ ਦੇ ਵਿੱਚ ਰਹਿ ਕੇ ਉਸ ਜੋਗਾ ਹੀ ਕੰਮ ਕਰ ਸਕਦਾ, ਉਸ ਤੋਂ ਥੱਲੇ ਨਹੀਂ ਜਾ ਸਕਦਾ। ਲੇਕਿਨ ਸਾਡੇ ਲਈ ਕਿੰਨਾ ਵਧੀਆ ਐਗਜ਼ਾਮਪਲ ਬਣਿਆ ਹੈ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਸੀ ਉਹ ਇਨਸਾਨ ਦਾ ਰੂਪ ਲੈ ਕੇ ਪੈਦਾ ਹੋਏ ਔਰ ਇੱਥੇ ਤੀਕਰ ਥੱਲੇ ਗਏ, ਇੰਨਾ ਨੀਵਾਂ ਗਏ ਕਿ ਉਹਨਾਂ ਨੇ ਇਨਸਾਨਾਂ ਦੇ ਯਾਨੀ ਆਪਣੇ ਚੇਲਿਆਂ ਦੇ ਪੈਰ ਤੱਕ ਧੋਤੇ। ਅੱਜ ਅਸੀਂ ਦੇਖ ਸਕਦੇ ਹਾਂ ਕਿ ਅਸੀਂ ਇਨਸਾਨ ਹੋ ਕੇ ਦੂਸਰੇ ਇਨਸਾਨ ਦੇ ਪੈਰ ਨੂੰ ਤਾਂ ਧੋਣ ਦੀ ਗੱਲ ਹੈ, ਉਹਨੂੰ ਟੱਚ ਕਰਨਾ ਵੀ ਨਹੀਂ ਚਾਹੁੰਦੇ ਅਗਰ ਕਿਸੇ ਦੇ ਦੇਖ ਲਈਏ ਤਾਂ। ਲੇਕਿਨ ਪ੍ਰਭੂ ਯਿਸੂ ਪਰਮੇਸ਼ਵਰ ਦਾ ਪੁੱਤਰ ਹੋ ਕੇ ਇੰਨਾ ਨੀਵਾਂ ਗਿਆ ਕਿ ਉਹਨੇ ਪੈਰ ਵੀ ਧੋਤੇ। ਲੇਕਿਨ ਕੋਈ ਵੀ ਮਤਲਬ ਪਰਮੇਸ਼ਵਰ ਐਸਾ ਨਹੀਂ ਹੈ ਜੋ ਸਾਡੇ ਲਈ ਇਦਾਂ ਦਾ ਕੰਮ ਕਰ ਸਕਦਾ ਹੈ। ਇਹ ਸਾਡਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਹੀ ਸੀ ਜਿਹੜਾ ਮਹਾਨ, ਉਹਨੇ ਸਾਡੇ ਗੁਨਾਹਾਂ ਦੇ ਲਈ, ਬਲਕਿ ਤੁਸੀਂ ਦੇਖ ਲਓ ਕਿ ਪਰਮੇਸ਼ਵਰ ਨੂੰ ਅਗਰ ਦੇਖਿਆ ਜਾਵੇ ਤਾਂ ਪਰਮੇਸ਼ਵਰ ਯਹੂਦੀਆਂ ਲਈ ਆਇਆ ਸੀ, ਇਜ਼ਰਾਈਲੀ ਲਈ ਆਇਆ ਸੀ, ਔਰ ਪਰਮੇਸ਼ਵਰ ਨੇ ਸਾਨੂੰ ਚੁਣਿਆ ਸਾਡੇ ਗੁਨਾਹਾਂ ਦੇ ਲਈ, ਬਲਕਿ ਉਹ ਸਾਨੂੰ ਜਾਣਦਾ ਵੀ ਨਹੀਂ ਸੀ, ਉਹਨੇ ਸਾਡੇ ਗੁਨਾਹਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਕੋਈ ਖੁਦਾ ਐਸਾ ਕੰਮ ਨਹੀਂ ਕਰ ਸਕਦਾ ਜੋ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਕੀਤੇ। ਤੇ ਅੱਜ ਜਦੋਂ ਅਸੀਂ ਉਹਨੂੰ ਆਪਣਾ ਆਈਡਲ ਮੰਨਦੇ ਹਾਂ ਤੇ ਕੀ ਅਸੀਂ ਉਹਦੇ ਮਗਰ ਸਹੀ ਤਰੀਕੇ ਨਾਲ ਚੱਲ ਪਾ ਰਹੇ ਹਾਂ? ਅਸੀਂ ਕੰਮ ਉਹ ਕਰੀਏ ਜੋ ਸਾਨੂੰ ਪਰਮੇਸ਼ਵਰ ਦੇ ਨਾਲ ਜੋੜੇ, ਅਸੀਂ ਉਹ ਕੰਮ ਨਾ ਕਰੀਏ ਜੋ ਸਾਨੂੰ ਇਨਸਾਨਾਂ ਦੇ ਨਾਲ ਜੋੜੇ। ਕਿਉਂਕਿ ਇਨਸਾਨਾਂ ਦੇ ਨਾਲ ਅਸੀਂ ਇਹੀ ਦਿਖਾਵਾਂਗੇ ਕਿ ਮੈਂ ਅੱਜ ਚਮਤਕਾਰ ਕੀਤੇ, ਤੁਸੀਂ ਮੈਨੂੰ ਦੇਖੋ। ਇਹ ਗੱਲਾਂ ਪਰਮੇਸ਼ਵਰ ਨੂੰ ਨਹੀਂ ਪਸੰਦ ਆਉਂਦੀਆਂ। ਅੱਜ ਬਹੁਤ ਸਾਰੇ ਲੋਕ, ਜਿੱਦਾਂ ਹੁਣ ਪ੍ਰਭੂ ਯਿਸੂ ਮਸੀਹ ਜਦੋਂ ਕੋਈ ਚਮਤਕਾਰ ਕਰਦਾ ਸੀ ਜਾਂ ਕਿਸੇ ਦੇ ਅੰਦਰ ਦੁਸ਼ਟ ਆਤਮਾ ਕੱਢਦਾ ਹੁੰਦਾ ਸੀਗਾ, ਪ੍ਰਭੂ ਯਿਸੂ ਮਸੀਹ ਇੱਕ ਹੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਤੂੰ ਕਿਸੇ ਨੂੰ ਜਾ ਕੇ ਨਾ ਦੱਸੀ। ਉਹਦੇ ਕਹਿਣ ਦਾ ਮਤਲਬ ਕੀ ਸੀ ਵੀ ਤੂੰ ਕਿਸੇ ਦੇ ਬਾਰੇ ਕਿਸੇ ਨੂੰ ਵੀ ਨਾ ਜਾ ਕੇ ਦੱਸੀ। ਉਹ ਕਿਉਂ ਕਹਿੰਦਾ ਹੁੰਦਾ ਸੀਗਾ? ਕਿਉਂਕਿ ਪ੍ਰਭੂ ਯਿਸੂ ਮਸੀਹ ਆਪਣੀ ਪਬਲਿਸਿਟੀ ਕਰਨ ਵਾਸਤੇ ਨਹੀਂ ਆਇਆ ਸੀਗਾ। ਅੱਜ ਬਹੁਤ ਸਾਰੇ ਅਸੀਂ ਦੇਖਦੇ ਹਾਂ ਕਿ ਮਤਲਬ ਕੋਈ ਆਪਣੇ YouTube ਦੇ ਉੱਤੇ ਐਸੀਆਂ ਬਹੁਤ ਸਾਰੀਆਂ ਮਤਲਬ ਚਮਤਕਾਰ ਅਸੀਂ ਦੇਖਦੇ ਹਾਂ ਜੋ ਕਿ ਉਹ ਦਿਖਾਉਂਦੇ ਆ, ਔਰ ਉਹ ਬਾਰ-ਬਾਰ ਦਿਖਾਉਂਦੇ ਆ ਕਿ ਅਸੀਂ ਕੀਤਾ, ਸਾਡੀ ਚਰਚ ਨੇ ਕੀਤਾ। ਉਹ ਇਹ ਸਾਰਾ ਕੁਝ ਦਿਖਾਉਂਦੇ ਆ, ਉਹ ਬਾਰ-ਬਾਰ ਦਿਖਾਉਂਦੇ ਆ ਕਿ ਮਤਲਬ ਸਾਡੇ ਉੱਤੇ ਕੈਮਰਾ ਬਾਰ-ਬਾਰ ਵੱਜਿਆ ਜਾਵੇ। ਉਹ ਇਹੀ ਦਿਖਾਉਣਾ ਚਾਹੁੰਦੇ ਆ, ਉਹ ਆਪਣੀ ਪਬਲਿਸਿਟੀ ਕਰਨਾ ਚਾਹੁੰਦੇ ਆ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਜਿੰਨੇ ਵੀ ਚਿੰਨ੍ਹ ਔਰ ਚਮਤਕਾਰ ਕੀਤੇ, ਉਹਨਾਂ ਨੇ ਇਹੀ ਕਿਹਾ ਕਿ ਤੂੰ ਜਾ ਕੇ ਕਿਸੇ ਨੂੰ ਵੀ ਨਾ ਦੱਸੀ। ਸੋ ਅਸੀਂ ਕਿਸ ਵੇ ਦੇ ਵਿੱਚ ਜਾ ਰਹੇ ਹਾਂ? ਅਸੀਂ ਪਰਮੇਸ਼ਵਰ ਦੇ ਕੰਮ ਕਰ ਰਹੇ ਹਾਂ। ਅਸੀਂ ਪਰਮੇਸ਼ਵਰ ਦੇ ਕੰਮ ਕਿਸ ਤਰ੍ਹਾਂ ਕਰ ਸਕਦੇ ਹਾਂ? ਪਰਮੇਸ਼ਵਰ ਦੇ ਕੰਮ ਅਸੀਂ ਹਾਈਡ ਰਹਿ ਕੇ ਵੀ ਕਰ ਸਕਦੇ ਹਾਂ, ਕਿਉਂਕਿ ਪਰਮੇਸ਼ਵਰ ਖੁਦ ਹਾਈਡ ਦੇ ਵਿੱਚ ਰਹਿ ਕੇ ਸਾਰੇ ਕੰਮ ਕਰਦਾ ਹੁੰਦਾ ਸੀਗਾ। ਅਗਰ ਅੱਜ ਅਸੀਂ ਉਹਨੂੰ ਆਈਡਲ ਮੰਨਿਆ ਆ ਕਿ ਅਸੀਂ ਉਹਦੇ ਵਰਗੇ ਕੰਮ ਵੀ ਕਰੀਏ। ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਪਰਮੇਸ਼ਵਰ ਦੇ ਵਿੱਚ ਸੱਚੇ ਤਰੀਕੇ ਨਾਲ ਚੱਲਦੇ ਹਾਂ, ਅਸੀਂ ਦੁਆ ਪ੍ਰਾਰਥਨਾ ਕਰਦੇ ਹਾਂ, ਲੇਕਿਨ ਦੂਜੇ ਪਾਸੇ ਅਸੀਂ ਅਗਰ ਕੁਝ ਗਲਤ ਕੰਮ ਕਰੀਏ ਔਰ ਦੇਖਣ ਵਾਲਾ ਕਵੇ ਕਿ ਇਹ ਉਹੀ ਹੈ ਜਿਹੜਾ ਸਾਨੂੰ ਦੱਸ ਰਿਹਾ ਸੀ ਕਿ ਵੀ ਮੈਂ ਕ੍ਰਿਸਚੀਅਨ ਮਤਲਬ ਪ੍ਰਭੂ ਯਿਸੂ ਮਸੀਹ ਨੂੰ ਮੰਨਦਾ ਆ, ਉਹਦੇ ਵਾਂਗੂ ਚੱਲਦਾ ਹੈ, ਔਰ ਇੱਥੇ ਕਿਹੜੇ ਕੰਮ ਕਰਦਾ ਹੈ। ਯਾਨੀ ਕਦੀ ਕਿਸੇ ਦੇ ਲਈ ਵੀ ਠੋਕਰ ਦਾ ਕਾਰਨ ਅਸੀਂ ਨਾ ਬਣੀਏ। ਤਾਂ ਸਾਡੀ ਮਤਲਬ ਪਰਮੇਸ਼ਵਰ ਨੇ ਸਾਨੂੰ ਇਹ ਦਿਖਾਇਆ ਗਿਆ ਹੈ, 10 ਕੁਆਰੀਆਂ ਦੇ ਵਿੱਚ ਸਾਡੀ ਤਿਆਰੀ ਦੇ ਬਾਰੇ ਦੱਸਿਆ ਗਿਆ ਹੈ ਕਿ ਸਾਡੀ ਤਿਆਰੀ ਜੋ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। 5 ਮੂਰਖਾਂ ਵਰਗੀ ਹੋਣੀ ਚਾਹੀਦੀ ਹੈ ਜਾਂ 5 ਸਮਝਦਾਰਾਂ ਵਰਗੀ ਹੋਣੀ ਚਾਹੀਦੀ ਹੈ। ਮਤਲਬ ਜਿਹੜੀਆਂ ਮੂਰਖਾਂ ਸੀਗੀਆਂ ਉਹਨਾਂ ਨੇ ਆਪਣਾ ਬਾਹਰੋਂ ਬਾਹਰ ਹੀ ਸਾਰਾ ਕੁਝ ਦਿਖਾਇਆ ਕਿ ਅਸੀਂ ਧਰਮੀ ਹੈ, ਸਾਰਾ ਕੁਝ ਹੈ, ਉਹ ਫਰਿਸ਼ਤਿਆਂ ਟਾਈਪ ਦੀ ਦਿਖਾਇਆ ਗਿਆ। ਲੇਕਿਨ ਜਿਹੜੇ ਸਮਝਦਾਰ ਸੀ ਉਹ ਦਿਖਾਏ ਜਿਹੜੇ ਉਹਦੇ ਚੇਲੇ ਸੀਗੇ, ਜਿੱਦਾਂ ਪਤਰਸ ਯਹੂਨਾ ਹੋਣੀ, ਜੋ ਕਿ ਪੂਰੇ ਤਿਆਰ ਸੀਗੇ, ਉਹ ਆਤਮਾ ਦੇ ਵਿੱਚ ਭਰੇ ਹੋਏ ਸੀਗੇ ਔਰ ਪਰਮੇਸ਼ਵਰ ਦੇ ਨਾਲ ਨਾਲ ਚੱਲਦੇ ਸੀਗੇ। ਇਹ 5 ਸਮਝਦਾਰ ਉਹਨਾਂ ਵਰਗੀਆਂ ਦਿਖਾਈਆਂ ਗਈਆਂ। ਅਗਰ ਮੰਨ ਲਓ ਅੱਜ ਰਾਤ ਨੂੰ ਹੀ ਪਰਮੇਸ਼ਵਰ ਅਗਰ ਆ ਜਾਵੇ ਤਾਂ ਕੀ ਅੱਜ ਸਾਡੀ ਤਿਆਰੀ ਹੈ? ਕਿਉਂਕਿ ਪਰਮੇਸ਼ਵਰ ਨੇ ਜਦੋਂ ਚੱਕ ਕੇ ਲੈ ਜਾਣਾ ਆ, ਉੱਥੇ ਸਾਫ਼ ਲਿਖਿਆ ਹੋਇਆ ਹੈ ਕਿ ਜੇ ਕੋਈ ਕੰਮ ਕਰਦਾ ਹੋਵੇ ਤੇ ਉਹ ਆਪਣੀ ਕੰਮ ਵਾਲੀ ਜਗ੍ਹਾ ਤੇ ਰਵੇ। ਜੇ ਕੋਈ ਛੱਤ ਤੇ ਚੜਿਆ ਹੋਵੇ ਤਾਂ ਛੱਤ ਦੇ ਉੱਤੇ ਰਵੇ, ਥੱਲੇ ਸਮਾਨ ਲੈਣ ਨਾ ਉਤਰੇ। ਪਰਮੇਸ਼ਵਰ ਨੇ ਸਾਨੂੰ ਐਗਜ਼ਾਮਪਲ ਦਿੱਤੇ ਆ
ਕਿ ਜਦੋਂ ਪਰਮੇਸ਼ਵਰ ਦੇ ਪੁੱਤਰ ਦਾ ਆਉਣਾ ਹੋਊਗਾ ਉਹ ਕਿਸ ਤਰ੍ਹਾਂ ਦਾ ਆਉਣਾ ਹੋਊਗਾ, ਤੇ ਅੱਜ ਦੀ ਜਿਹੜੀ ਤਿਆਰੀ ਹੈ ਸਾਡੀ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਇਸ ਉਦਾਹਰਣ ਤੋਂ ਅਸੀਂ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਉਹਨਾਂ 5 ਨੂੰ ਛੱਡ ਦਿੱਤਾ ਔਰ ਉੱਤੋਂ ਦੀ ਇਹ ਵੀ ਕਿਹਾ ਕਿ ਵੀ ਮੈਂ ਤੁਹਾਨੂੰ ਨਹੀਂ ਜਾਣਦਾ। ਅੱਜ ਅਸੀਂ ਜਿੰਨੇ ਮਰਜ਼ੀ ਅਸੀਂ ਧਰਮੀ ਬਣਨ ਦੀ ਕੋਸ਼ਿਸ਼ ਕਰੀਏ, ਲੇਕਿਨ ਜਦ ਤੱਕ ਅਸੀਂ ਆਪਣੇ ਮਨੋਂ ਇਨਸਾਈਡ ਨਹੀਂ ਸਹੀ ਹੁੰਦੇ ਉਹਨਾਂ ਚਿਰ ਅਸੀਂ ਸਹੀ ਨਹੀਂ ਬਣ ਸਕਦੇ। ਕਿਉਂਕਿ ਆਪਣੇ ਜਦੋਂ ਸ਼ਾਉਲ ਦੀ ਜਦੋਂ ਸ਼ਮੂਏਲ ਯਿਸ਼ੇ ਦੇ ਘਰ ਗਿਆ ਸੀਗਾ ਤੇ ਉਹਨੇ ਯਿਸ਼ੇ ਦੇ ਪੁੱਤਰਾਂ ਨੂੰ ਜਦੋਂ ਦੇਖਿਆ ਸੀਗਾ, ਬਹੁਤ ਉਹਨੇ ਸੋਚਿਆ ਕਿ ਇਹ ਹੱਟਾ ਕੱਟਾ ਉੱਚਾ ਲੰਬਾ ਜਵਾਨ ਆ, ਫੌਜ ਦੇ ਵਿੱਚ ਭਰਤੀ ਆ ਤੇ ਪਰਮੇਸ਼ਵਰ ਨੇ ਇਹਨੂੰ ਜ਼ਰੂਰ ਚੁਣਿਆ ਹੋਊਗਾ। ਲੇਕਿਨ ਉੱਥੇ ਪਰਮੇਸ਼ਵਰ ਨੇ ਸਾਫ਼ ਸਾਨੂੰ ਲਿਖ ਕੇ ਦਿੱਤਾ ਹੋਇਆ ਕਿ ਮੈਂ ਦਿਲਾਂ ਨੂੰ ਜਾਂਚਦਾ ਆ, ਮੈਂ ਬਾਹਰੀ ਰੰਗ ਰੂਪ ਨਹੀਂ ਦੇਖਦਾ। ਅੱਜ ਅਸੀਂ ਬਾਹਰੋਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਧਰਮੀ ਦਿਖਾਉਣ ਦੀ ਕੋਸ਼ਿਸ਼ ਕਰੀਏ, ਅਗਰ ਸਾਡੇ ਦਿਲ ਦੇ ਵਿੱਚ ਸਾਫ਼ ਨਹੀਂ ਹੈ ਜਾਂ ਦਿਲ ਸਾਡਾ ਪਵਿੱਤਰ ਨਹੀਂ ਹੈ, ਉਹਨਾਂ ਚਿਰ ਪਰਮੇਸ਼ਵਰ ਨੂੰ ਅਸੀਂ ਨਹੀਂ ਪਾ ਸਕਦੇ। ਪਰਮੇਸ਼ਵਰ ਸਾਨੂੰ ਉਦੋਂ ਹੀ ਗ੍ਰਹਿਣ ਕਰੂਗਾ ਜਦੋਂ ਅਸੀਂ ਦਿਲੋਂ ਪੂਰੇ ਤਰੀਕੇ ਨਾਲ ਬਦਲਾਂਗੇ। ਅੱਜ ਕਈ ਵਾਰੀ ਸਾਡੇ ਨਾਲ ਕੀ ਹੁੰਦਾ ਹੈ ਕਿ ਅਸੀਂ ਬਾਹਰੋਂ, ਅਗਰ ਮੰਨ ਲਓ ਕਿਸੇ ਭਰਾ ਨੇ ਜਾਂ ਕਿਸੇ ਨੇ ਵੀ ਸਾਡੇ ਨਾਲ ਕੁਝ ਬੁਰਾ ਕੀਤਾ, ਅਸੀਂ ਉਹਨੂੰ ਬਾਹਰੋਂ ਮਤਲਬ ਮਾਫ ਕਰ ਦਿੰਦੇ ਆ, ਲੇਕਿਨ ਅੰਦਰੋਂ ਕਿਤੇ ਨਾ ਕਿਤੇ ਉਹਦੇ ਖਿਲਾਫ ਵੈਰ ਭਾਵ ਰਹਿੰਦਾ ਆ ਕਿ ਵੀ ਇਹਦੇ ਨਾਲ ਕੁਝ ਉਲਟਾ ਸਿੱਧਾ ਹੋ ਜਾਵੇ। ਸਾਡੇ ਮਨ ਦੇ ਵਿੱਚ ਇਹੀ ਚੱਲਦਾ ਰਹਿੰਦਾ ਹੈ। ਸੋ ਇਸ ਤਰ੍ਹਾਂ ਦੀਆਂ ਧਾਰਨਾਵਾਂ ਸਾਡੇ ਜੀਵਨ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਜਿੰਨਾ ਤੀਕਰ ਅਸੀਂ ਖੁਦ ਨੂੰ ਇਨਸਾਈਡ ਨਹੀਂ ਆਪਣੇ ਆਪ ਨੂੰ ਚੇਂਜ ਕਰਦੇ, ਉਹਨਾਂ ਚਿਰ ਤੀਕਰ ਪਰਮੇਸ਼ਵਰ ਸਾਨੂੰ ਗ੍ਰਹਿਣ ਨਹੀਂ ਕਰ ਸਕਦਾ। ਇਸ ਵਚਨਾਂ ਦੇ ਉੱਤੇ ਪੜ੍ਹੇ ਸੁਣੇ ਤੇ ਆਸ਼ੀਸ਼ ਹੋਵੇ। ਰੱਬ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ। ਆਮੀਨ। ਆਮੀਨ। ਸੋਲੋਮਨ ਵੈਲ ਡਨ। ਅਸੀਂ ਬਹੁਤ ਬਰਕਤ ਔਰ ਆਸ਼ੀਸ਼ ਪਾਈ। ਪਰਮੇਸ਼ਵਰ ਤੈਨੂੰ ਹੋਰ ਬਰਕਤ ਔਰ ਆਸ਼ੀਸ਼ ਦੇਵੇ। ਆਈਏ ਅਸੀਂ ਇਸ ਵਚਨ ਦੀ ਬਰਕਤ ਦੇ ਲਈ, ਤਾਂ ਜੋ ਜਿਹੜਾ ਵਚਨ ਅਸੀਂ ਸੁਣਿਆ ਅਸੀਂ ਇਹਦੇ ਉੱਤੇ ਚੱਲ ਸਕੀਏ ਔਰ ਜਾਣ ਸਕੀਏ। ਔਰ ਬਹੁਤ ਹੀ ਵਧੀਆ ਬੱਚਾ ਬਾਅਦ ਦੇ ਵਿੱਚ ਵੀ ਪੜ੍ਹ ਸਕਦੇ ਹੋ। ਮਤੀ ਦੀ ਅੰਜੀਲ ਉਹਦਾ 25 ਅਧਿਆਏ ਦੇ ਵਿੱਚ ਸਾਰੀ ਕਹਾਣੀ ਆ 10 ਕੁਆਰੀਆਂ ਦੀ, ਔਰ ਉਸ ਕਹਾਣੀ ਦਾ ਮਤਲਬ ਕੱਢ ਕੇ ਸੁਲੇਮਾਨ ਨੇ ਆਤਮਾ ਦੇ ਦੁਆਰਾ ਸਾਨੂੰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਤਿਆਰ ਰਹਿਣਾ ਹੈ। ਬਹੁਤ ਵਾਰ ਅਸੀਂ ਇਨਸਾਨ ਹੁੰਦੇ ਹੋਏ ਅਸੀਂ ਕਮਜ਼ੋਰ ਹੋ ਜਾਂਦੇ ਹਾਂ, ਅਸੀਂ ਅਣਗਹਿਲੀ ਕਰ ਜਾਂਦੇ ਹਾਂ, ਅਸੀਂ ਲੇਜ਼ੀ ਹੋ ਜਾਂਦੇ ਹਾਂ, ਅਸੀਂ ਪਰਮੇਸ਼ਵਰ ਦੇ ਘਰ ਦੇ ਬਾਰੇ, ਪਰਮੇਸ਼ਵਰ ਦੇ ਕੰਮਾਂ ਦੇ ਬਾਰੇ, ਆਰਾਧਨਾ ਭਗਤੀ ਬਾਰੇ ਅਸੀਂ ਇੰਨਾ ਧਿਆਨ ਨਹੀਂ ਕਰਦੇ ਕਿ ਅਸੀਂ ਕਿੱਦਾਂ ਤਿਆਰੀ ਕਰਕੇ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਣਾ ਆ। ਐਤਵਾਰ ਆਉਣ ਵਾਲਾ ਆ, ਆਪਣੇ ਕੰਮਾਂ ਧੰਦਾ ਨੂੰ ਨਿਬੇੜ ਕੇ ਕਈ ਵਾਰੀ ਅਸੀਂ ਐਤਵਾਰ ਦੇ ਦਿਨ ਅਸੀਂ ਦੂਸਰੇ ਰਿਸ਼ਤੇਦਾਰੀ ਦੇ ਕੰਮ ਸੋਚਣ ਲੱਗ ਪੈਂਦੇ ਆ। ਸੋ ਅਸੀਂ ਪਹਿਲਾਂ ਤਿਆਰੀ ਕਰਨੀ ਹੈ ਐਤਵਾਰ ਜਾਣ, ਪ੍ਰਭੂ ਦੇ ਘਰ ਜਾਣ ਦੀ ਵੀ। ਹੁਣ 7 ਦਾ ਸਤਸੰਗ ਆਉਣਾ ਆ, ਉਹਦੇ ਲਈ ਚੇਨ ਪ੍ਰੇਅਰ ਚੱਲ ਰਹੀ ਆ। ਮਿਲ ਕੇ ਸਾਰੀ ਕਲੀਸਿਆ ਦੇ ਪ੍ਰੇਅਰ ਕਰ ਰਹੇ ਹੋ ਔਰ ਹਰ ਐਤਵਾਰ ਦੀ ਆਰਾਧਨਾ ਬੰਦਗੀ ਲਈ ਆਪਣੇ ਘਰਾਂ ਦੇ ਵਿੱਚ ਤੁਸੀਂ ਬੈਠ ਕੇ ਜਦੋਂ ਸਾਰਾ ਦਿਨ ਖਤਮ ਹੁੰਦਾ ਹੈ, ਰਾਤ ਨੂੰ ਪਹਿਲਾਂ ਹੀ ਤਿਆਰੀ ਕਰਨੀ ਹੈ, ਪਹਿਲਾਂ ਹੀ ਸੋਚ ਕੇ ਰੱਖਣਾ ਹੈ ਕਿ ਅਸੀਂ ਥੋੜਾ ਸਮਾਂ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਰਿਵਾਰ ਦੇ ਨਾਲ ਬੈਠਣਾ ਹੈ। ਔਰ ਬਹੁਤ ਹੀ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਮਾਂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਆਮਦ ਬਹੁਤ ਜਲਦ ਆ। ਅਸੀਂ ਉਹਨਾਂ 5 ਬੁੱਧਵਾਨ ਕੁਆਰੀਆਂ ਵਾਂਗੂ ਆਪਣੀ ਤਿਆਰੀ ਕਰਕੇ ਰੱਖਣੀ ਆ। ਪੂਰਾ ਦਿਨ ਵੀ ਅਸੀਂ ਸ਼ਾਮ ਨੂੰ ਅਸੀਂ ਬੈਠਣਾ ਆ ਪ੍ਰਭੂ ਦੀ ਹਜ਼ੂਰੀ ਵਿੱਚ, ਆਰਾਧਨਾ ਦੇ ਵਿੱਚ ਬੈਠਣਾ ਆ। ਐਤਵਾਰ ਨੂੰ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਜਾਣਾ ਆ, ਆਪਣੇ ਵੱਡੇ ਪਰਿਵਾਰ ਨਾਲ ਮਿਲ ਕੇ ਅਸੀਂ ਆਰਾਧਨਾ ਭਗਤੀ ਕਰਨੀ ਆ। ਇਹਦੀ ਤਿਆਰੀ ਪਹਿਲਾਂ ਹੀ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਹੁਣ 7 ਦੇ ਸਤਸੰਗ ਦੀ ਤਿਆਰੀ ਹੁੰਦੀ ਆ, 6 ਦਿਨ ਪਹਿਲਾਂ ਚੇਨ ਪ੍ਰੇਅਰਸ ਹੁੰਦੀਆਂ ਆ, ਰਾਈਟ। ਸੋ ਪਰਮੇਸ਼ਵਰ ਦਾ ਸ਼ੁਕਰ ਧੰਨਵਾਦ ਹੀ ਕਰਨਾ ਆ। ਅਸੀਂ ਇਹ ਪ੍ਰਾਰਥਨਾ ਕਰਾਂਗੇ ਵਿਰੋਨਿਕਾ ਨਾਲ ਮਿਲ ਕੇ, ਪਰ ਉਦੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹਾਂ। ਵਿਰੋਨਿਕਾ ਰੈਡੀ ਰਵੇ ਪ੍ਰਾਰਥਨਾ ਕਰਨ ਲਈ, ਆਪਣਾ ਮਾਈਕ ਖੋਲ ਲਵੇ। ਅਸੀਂ ਬੇਟੀ ਵਿਰੋਨਿਕਾ ਨਾਲ ਪ੍ਰਾਰਥਨਾ ਕਰਾਂਗੇ ਔਰ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਸਾਡੀ ਫਲਾਈਟ ਬੁੱਕ ਸੀ ਆਉਣ ਦੇ ਲਈ ਇੰਡੀਆ ਆਉਣ ਦੇ ਲਈ ਅਸੀਂ ਆ ਜਾਣਾ ਸੀਗਾ, ਪਰ ਪਿਛਲੇ 3 ਦਿਨ ਪਹਿਲਾਂ ਇੱਕ ਹੋਰ ਦੁੱਖ ਦੀ ਗੱਲ ਹੋ ਗਈ ਕਿ ਜਦੋਂ ਕੈਥੀ ਦਾ ਛੋਟਾ ਆਇਆ, ਕੈਥੀ ਦਾ ਜਿਹੜਾ ਛੋਟਾ ਭਰਾ ਆ ਜੋ ਮੇਰਾ ਗਾਂ, ਉਹਦੇ ਸਾਲੇ ਦੀ ਮੌਤ ਹੋ ਗਈ ਹੈ। ਉਹ ਸਿਰਫ 42 ਸਾਲਾਂ ਦਾ ਸੀ, 40 ਤੇ 2 42, 42 years old। ਉਹ ਏਦਾਂ ਹੀ ਘਰ ਦੇ ਵਿੱਚ ਪੌੜੀਆਂ ਤੋਂ ਡਿੱਗ ਗਿਆ ਸੀ ਔਰ ਉਹ 3 ਹਫ਼ਤੇ ਹਸਪਤਾਲ ਦੇ ਵਿੱਚ ਰਿਹਾ
ਔਰ ਉਹਦੀ ਸਿਰ ਤੇ ਸੱਟ ਲੱਗਣ ਦੇ ਨਾਲ ਉਹਦੀ ਪਰਸੋਂ ਚੌਥ ਉਹਦੀ ਮੌਤ ਹੋ ਗਈ ਆ। ਹੁਣ ਉਹਦਾ ਜਿਹੜਾ ਫਿਊਨਰਲ ਹੋਣਾ ਆ ਉਹ 2 ਹਫ਼ਤਿਆਂ ਬਾਅਦ ਹੋਣਾ ਆ। ਸੋ ਇਸ ਲਈ ਅਸੀਂ ਹੋਰ ਡਿਲੇ ਹੋ ਗਏ ਇੰਡੀਆ ਆਉਣ ਤੋਂ। ਸੋ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੈ ਕਿ ਸਾਨੂੰ ਪਰਮੇਸ਼ਵਰ ਨੇ 4 ਮਹੀਨੇ ਸਿਰਫ ਇਸ ਕੰਮ ਲਈ ਰੱਖਿਆ ਤਾਂ ਜੋ ਅਸੀਂ ਇਹਨਾਂ ਦੁੱਖ ਦੇ ਪਰਿਵਾਰ ਦੇ ਵਿੱਚ ਅਸੀਂ ਇਹਨਾਂ ਦਾ ਹੌਸਲਾ ਬਣ ਸਕੀਏ, ਅਸੀਂ ਇਹਨਾਂ ਲਈ ਪ੍ਰਾਰਥਨਾ ਕਰ ਸਕੀਏ, ਅਸੀਂ ਕਿਸੇ ਵੀ ਤਰ੍ਹਾਂ ਇਹਨਾਂ ਦੀ ਮਦਦ ਕਰ ਸਕੀਏ। ਸੋ ਕੈਥੀ ਦਾ ਜਿਹੜਾ ਛੋਟਾ ਭਰਾ ਆ, ਉਹਦੀ ਜਿਹੜੀ ਘਰ ਵਾਲੀ, ਉਹਦਾ ਸਗਾ ਭਰਾ ਆਕਸਫੋਰਡ ਰਹਿੰਦਾ ਸੀਗਾ। 4 ਦਿਨ ਪਹਿਲਾਂ ਉਹਦੀ ਮੌਤ ਹੋ ਗਈ ਆ। ਸੋ ਉਸ ਪਰਿਵਾਰ ਲਈ ਵੀ ਵਿਰੋਨਿਕਾ ਆਪਾਂ ਪ੍ਰਾਰਥਨਾ ਕਰਨੀ ਆ, ਅੱਜ ਦੇ ਵਚਨ ਤੇ ਵੀ ਸਾਰੀ ਕਲੀਸਿਆ ਲਈ ਜੋ ਗਮ ਦੇ ਵਿੱਚ ਆ ਜਾਂ ਦੁਖੀ ਆ ਜਾਂ ਬਿਮਾਰ ਆ, ਅਸੀਂ ਵਿਰੋਨਿਕਾ ਨਾਲ ਮਿਲ ਕੇ ਪ੍ਰਾਰਥਨਾ ਕਰਾਂਗੇ। ਸਭ ਆਪਣੇ ਸਿਰਾਂ ਨੂੰ ਝੁਕਾਵਾਂਗੇ ਔਰ ਪ੍ਰਾਰਥਨਾ ਕਰਾਂਗੇ। ਹੈਲੋ, ਸਲਾਮ ਚਾਚਾ ਜੀ, ਸਾਰਿਆਂ ਨੂੰ ਸਲਾਮ। ਆਈਏ ਅਸੀਂ ਆਪਣੇ ਹੱਥਾਂ ਨੂੰ ਜੋੜਾਂਗੇ ਤੇ ਪ੍ਰਾਰਥਨਾ ਕਰਾਂਗੇ। हालेलुया हालेलुया हालेलुया। धन्यवाद महाजीवित सामर्थ्य खुदावन तेरा धन्यवाद करते पिता परमेश्वर, तेरा धन्यवाद धन्यवाद, तारीफ 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 खुदावंदा, तेरा धन्यवाद करते सुंदर समय के लिए पिता परमेश्वर जो तूने हमें जिंदगी में बख्शा पिता परमेश्वर, जो आज का दिन दिखाया पिता परमेश्वर, तेरे वचनों में के अनुसार पिता परमेश्वर अपना जीवन बिताने वाले बन जाए पिता परमेश्वर। जो दिन दिया पिता परमेश्वर, इसलिए तेरा धन्यवाद करते हैं पिता परमेश्वर। खास प्रार्थना मांगते पिता परमेश्वर, जितने भी जन हम यहाँ पर इकट्ठे पबजी ऑनलाइन प्रेयर मीटिंग में इकट्ठे हैं पिता परमेश्वर, एक एक पर तेरा अनुग्रह हो पिता परमेश्वर। एक एक को पिता परमेश्वर अपनी आशीष से ब्लेस करना पिता परमेश्वर, एक एक को अपनी दया हाथ बना के रखना पिता परमेश्वर। जिंदा वचन होया पिता परमेश्वर, वो तेरी ओर से था पिता परमेश्वर। पिता परमेश्वर सचमुच खुदाया पिता परमेश्वर, ਅਸੀਂ ਆਪਣੀ ਜ਼ਿੰਦਗੀਆਂ ਨੂੰ ਤਿਆਰ ਕਰਨ ਵਾਲੇ ਬਾਂਝੇ ਪਬਜੀ ਤੇਰੇ ਵਚਨਾਂ ਦੇ ਅਨੁਸਾਰ ਚੱਲਣ ਵਾਲੇ ਬਾਂਝੇ ਪਿਤਾ ਪਰਮੇਸ਼ਰ। ਅਸੀਂ ਬਾਹਰੋਂ ਹੀ ਧਰਮੀ ਨਾ ਰਹੀਏ ਪਿਤਾ ਪਰਮੇਸ਼ਰ, ਅੰਦਰੋਂ ਵੀ ਪਿਤਾ ਪਰਮੇਸ਼ਰ ਆਪਣੇ ਆਪ ਨੂੰ ਪਿਤਾ ਪਰਮੇਸ਼ਰ ਜਾਚੀਏ ਪਰਖੀਏ ਪਿਤਾ ਪਰਮੇਸ਼ਰ। ਸਾਡਾ ਜੀਵਨ ਪਿਤਾ ਪਰਮੇਸ਼ਰ, ਸਾਡੇ ਜੀਵਨ ਤੋਂ ਪਬਜੀ ਤੇਰੀ ਮਹਿਮਾ ਹੋਵੇ ਪਿਤਾ ਪਰਮੇਸ਼ਰ, ਤੇਰਾ ਜਲਾਲ ਜ਼ਾਹਿਰ ਹੋਵੇ ਪਿਤਾ ਪਰਮੇਸ਼ਰ। ਖਾਸ ਪ੍ਰਾਰਥਨਾ ਮੰਗਦੇ ਆ ਪਿਤਾ ਪਰਮੇਸ਼ਰ, ਜੋ ਵੀ ਪਿਤਾ ਪਰਮੇਸ਼ਰ ਬਾਹਰ ਡੈਥ ਹੋਈ ਆ ਪਿਤਾ ਪਰਮੇਸ਼ਰ, ਉਹਨਾਂ ਦੇ पूरे परिवार लिए पिता परमेश्वर प्रार्थना मांगते हैं पिता परमेश्वर, ते पूरे परिवार ਨੂੰ बहुत सारी शांति और तसल्ली देना पिता परमेश्वर, अपना पबजी सबर शांति देना पिता परमेश्वर। इंसान ਤਾਂ पिता परमेश्वर 2 या 4 दिन ਲਈ ਦੇ ਸਕਦੇ ਪਿता परमेश्वर। तेरा वचन पिता परमेश्वर पबजी शांति ਦਿੰਦਾ ਹੈ पबजी, सच्ची शांति ਤੁਹਾਡੇ वचन ਦੇ ਦੁਆਰਾ ਮਿਲਦੀ ਹੈ ਪਿਤਾ परमेश्वर। ਤੁਸੀਂ ਉਹਨਾਂ ਤੇ ਆਪਣਾ ਅਨੁਗ੍ਰਹਿ ਬਣਾਈ ਰੱਖੋ ਪਿਤਾ ਪਰਮੇਸ਼ਰ, ਉਹਨਾਂ ਤੇ ਦਇਆ ਕਰਨਾ ਪਿਤਾ ਪਰਮੇਸ਼ਰ। ਜੋ ਵੀ ਪਿਤਾ ਪਰਮੇਸ਼ਰ ਪੂਰੀ ਪ੍ਰੇਅਰ ਪਿਤਾ ਪਰਮੇਸ਼ਰ ਮੀਟਿੰਗ ਹੋਈ ਪਿਤਾ ਪਰਮੇਸ਼ਰ, ਤੇਰੇ ਹੱਥਾਂ ਵਿੱਚ ਸੌਂਪ ਦਿੰਦੇ ਆ ਪਿਤਾ ਪਰਮੇਸ਼ਰ। ਜਿੱਤੇ ਵੀ ਹੋਣ ਜਾਣੇ ਇੱਥੇ ਇਕੱਠੇ ਪਿਤਾ ਪਰਮੇਸ਼ਰ, ਤੇ ਆਪਣਾ ਅਨੁਗ੍ਰਹਿ ਕਰਨਾ ਪਿਤਾ ਪਰਮੇਸ਼ਰ। ਜਿੰਨੇ ਵੀ ਦੁਖੀ ਆ ਬਿਮਾਰ ਆ ਲਾਚਾਰ ਆ ਪਿਤਾ ਪਰਮੇਸ਼ਰ, ਉਹਨਾਂ ਲਈ ਪ੍ਰਾਰਥਨਾ ਕਰਦੇ ਪਬਜੀ। ਜਿੰਨੇ ਵੀ ਬਿਮਾਰੀ ਦੇ ਬਿਸਤਰੇ ਤੇ ਪਏ ਉਹਨਾਂ ਨੂੰ ਸ਼ਿਫਾ ਵਾਲਾ ਹੱਥ ਵਧਾਓ ਪਿਤਾ ਪਰਮੇਸ਼ਰ। ਉਹਨਾਂ ਨੂੰ ਪਿਤਾ ਪਰਮੇਸ਼ਰ ਮਾਨਗੀ ਦੇ ਮੰਜੇ ਤੋਂ ਉਠਾ ਕੇ ਖੜਾ ਕਰੋ ਪਿता परमेश्वर। तेरा धन्यवाद करते पिता, हमें विश्वास है पिता परमेश्वर आप हमारी प्रार्थना को सुनते हैं, सुन के उत्तर देते पिता परमेश्वर। सब इज्जत जलाल महिमा तेरे नाम को देते पिता परमेश्वर। मेरी बेनती प्रार्थना को सुनना कबूल करना प्रभु यीशु मसीह के नाम से मांगती हूँ, आमीन आमीन आमेन। थैंक यू वेरोनिका, थैंक यू। मनीषा सना ਬੱਚੇ ਜੇ ਆਵਾਜ਼ ਸੁਣਦੇ ਆਣਗੇ ਮਨੀਸ਼ਾ ਸਨਾ ਦੇ ਨਾਲ ਮਿਲ ਕੇ ਉੱਚੀ ਆਵਾਜ਼ ਦੇ ਵਿੱਚ, ਮਨੀਸ਼ਾ ਫੋਨ ਨੇੜੇ ਰੱਖਿਓ ਆਪਣਾ, ਔਰ ਸਾਰੇ ਜਣੇ ਆਪਾਂ ਮਿਲ ਕੇ ਜਿੱਥੇ ਜਿੱਥੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਆ ਆਪਾਂ ਮਿਲ ਕੇ ਬੱਚਿਆਂ ਦੇ ਨਾਲ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਹ ਭਜਨ ਗਾਵਾਂਗੇ। हालेलुया हालेलुया हालेलुया। पाकरू मेरा रखवाला है, पाकरू मेरा रखवाला है, मेरा मददगार कितना आला है, ओ मेरा मददगार कितना आला है। पाकरू 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 मेरा रखवाला है, पाकरू मेरा रखवाला है, मेरा मददगार कितना आला है,
ओ मेरा मददगार कितना आला है। मौत की तरीकियां छट जाएंगी, राहों से मेरे हट जाएंगी। मौत की तरीकियां छट जाएंगी, राहों से मेरे हट जाएंगी। मेरे साथ रूह का उजाला है, मेरा मददगार कितना आला है। ओ मेरा मददगार कितना आला है। पाकरू 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 मेरा रखवाला है। पाकरू मेरा रखवाला है, मेरा मददगार कितना आला है। ओ मेरा मददगार कितना आला है। बारिशों तूफानों में हवाओं में, दुख भरी जिंदगी की राहों में। बारिशों तूफानों में हवाओं में, दुख भरी जिंदगी की राहों में। हर दम से मुझको संभाला है, मेरा मददगार कितना आला है। ओ मेरा मददगार कितना आला है। पाकरू 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 मेरा रखवाला है। पाकरू मेरा रखवाला है, मेरा मददगार कितना आला है। ओ मेरा मददगार कितना आला है। मेरा मददगार कितना आला है। ओ मेरा मददगार कितना आला है। हालेलुया। Hallelujah. Very good. Well done. Thank you. Thank you. Thank you. God bless you. ਜੇ ਕੋਈ ਵੀ ਕੁਝ ਗਵਾਹੀ ਦੱਸਣਾ ਚਾਹੁੰਦਾ ਆ ਜਾਂ ਕੋਈ ਵੀ ਬੱਚੋ ਕੋਈ ਦਰਸ਼ਨ ਦੱਸਣਾ ਚਾਹੁੰਦਾ ਆ ਤੇ ਇਹ ਸਮਾਂ ਆ। ਇਸ ਤੋਂ ਪਹਿਲਾਂ ਆਪਾਂ ਆਖਰੀ ਦੁਆ ਕਰੀਏ ਪਾਸਟਰ ਰਾਣਾ ਜੀ ਨਾਲ ਮਿਲ ਕੇ। ਜੇ ਕੋਈ ਵੀ ਕੋਈ ਦੱਸਣਾ ਚਾਹੁੰਦਾ ਹੈ ਸੁਪਨਾ ਜਾਂ ਦਰਸ਼ਨ ਜਾਂ ਕੋਈ ਵੀ ਬਾਣੀ ਚਾਹੁੰਦਾ ਆ, ਕੋਈ ਗਵਾਹੀ ਦੱਸਣਾ ਚਾਹੁੰਦਾ ਹੈ ਤੇ ਤੁਹਾਡੇ ਲਈ ਮੌਕਾ ਆ ਕਿ ਤੁਸੀਂ ਜ਼ਰੂਰ ਦੱਸੋ। ਜੈਮਸੀ ਕੀ ਪਾਸਟਰ ਜੀ। ਐਮਸੀ ਕੀ ਭੈਣ ਰਵਿੰਦਰ ਜੈਮਸੀ ਦੀ। ਹਾਂਜੀ ਮੈਂ ਗਵਾਹੀ ਦੱਸਣਾ ਚਾਹੁੰਦੀ ਹਾਂ ਆਪਣੀ। ਹਾਂਜੀ ਹਾਂਜੀ ਬੋਲੀਏ। ਹਾਂਜੀ ਹਾਂਜੀ ਮੇਰੇ ਮਾਮਾ ਜੀ ਦਾ ਬੇਟਾ ਇੰਗਲੈਂਡ ਗਿਆ ਸਟੱਡੀ ਵਾਸਤੇ, ਸੋ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ। ਪਰਮੇਸ਼ਰ ਨੇ ਸਾਰੇ ਇੰਤਜ਼ਾਮ ਕੀਤੇ ਉਹਦੇ। ਭੈਣ ਹਰਵਿੰਦਰ ਦੁਬਾਰਾ ਬੋਲੀਓ, ਸੁਣੀ ਨਹੀਂ। ਦੁਬਾਰਾ ਬੋਲੀਓ। ਪਾਸਟਰ ਜੀ ਮੇਰੇ ਮਾਮਾ ਜੀ ਦਾ ਬੇਟਾ ਇੰਗਲੈਂਡ ਗਿਆ ਸਟੱਡੀ ਵਾਸਤੇ, ਪਰਮੇਸ਼ਰ ਨੇ ਸਾਰੇ ਉਹਦੇ ਇੰਤਜ਼ਾਮ ਕੀਤੇ। ਪਰਮੇਸ਼ਰ ਦਾ ਸ਼ੁਕਰ ਧੰਨਵਾਦ ਕਰਦੇ ਹਾਂ। ਅੱਛਾ ਜੀ, ਚਲੋ ਸ਼ੁਕਰ ਹੈ ਖੁਦਾ ਦਾ। ਕਿਹੜੇ ਸ਼ਹਿਰ ਆਇਆ ਇੰਗਲੈਂਡ? ਹਾਂਜੀ ਇੰਗਲੈਂਡ ਲੰਡਨ ਚ ਆਓ। ਲੰਡਨ ਜਾ। ਅੱਛਾ ਅੱਛਾ ਅੱਛਾ, ਚਲੋ ਸ਼ੁਕਰ ਹੈ, ਧੰਨਵਾਦ। ਕੀ ਨਾਮ ਬੇਟੇ ਦਾ? ਗੁਰਵਿੰਦਰ। ਅੱਛਾ ਜੀ ਅੱਛਾ ਜੀ ਅੱਛਾ।
ਚਲੋ ਠੀਕ ਹੈ ਜੀ, ਥੈਂਕ ਯੂ, ਗੋਡ ਬlesਸ ਯੂ। ਹੋਰ ਕੋਈ ਗੱਲ, ਹੋਰ ਕੋਈ ਗਵਾਹੀ ਨਹੀਂ ਬਸ ਕਿਸੇ ਹੋਰ ਨੇ ਵੀ ਕੋਈ ਹੋਰ ਦਰਸ਼ਨ ਜਾਂ ਸੁਪਨਾ ਦੱਸਣਾ ਹੋਵੇ? ਪਾਸਟਰ ਰਾਣਾ ਜੀ, ਗੁਰਵਿੰਦਰ ਲਈ ਆਪਾਂ ਪ੍ਰਾਰਥਨਾ ਕਰਨੀ ਆ। ਜੋ ਭੈਣ ਹਰਵਿੰਦਰ ਨੇ ਦੱਸਿਆ, ਇਹਨਾਂ ਦੇ ਮਾਮੇ ਦਾ ਬੇਟਾ ਇੰਗਲੈਂਡ ਆਇਆ ਆ, ਪਰਮੇਸ਼ਰ ਉਹਦੀ ਮਦਦ ਕਰੇ, ਕਿਉਂਕਿ ਇੰਨਾ ਸੌਖਾ ਨਹੀਂਗਾ ਇੱਥੇ ਸਟੂਡੈਂਟ ਲਈ, ਕਿਸੇ ਵੀ ਸਟੂਡੈਂਟ ਲਈ ਆਉਣਾ ਸੌਖਾ ਨਹੀਂਗਾ, ਬਹੁਤ ਮੁਸ਼ਕਲਾਂ, ਬਹੁਤ ਪਰੇਸ਼ਾਨੀ ਆਉਂਦੀ ਹੈ। ਪਰ ਪਰਮੇਸ਼ਰ ਦੇ ਕੋਲ ਆਪਾਂ ਪ੍ਰਾਰਥਨਾ ਕਰਦੇ ਕਿ ਉਸ ਬੱਚੇ ਦੀ ਮਦਦ ਕਰੇ ਔਰ ਉਹਨੂੰ ਸੈਟਲ ਕਰੇ। ਸੋ ਜੇ ਕੋਈ ਹੋਰ ਵੀ ਕੋਈ ਦੱਸਣਾ ਚਾਹੁੰਦਾ ਆ ਤੇ ਦੱਸ ਸਕਦਾ ਹੈ, ਗਵਾਹੀ ਜਾਂ ਸੁਪਨਾ ਜਾਂ ਦਰਸ਼ਨ। ਮੈਂ ਵੀ ਗਵਾਹੀ ਦੱਸਣਾ ਚਾਹੁੰਦਾ ਆ। ਇਸ ਤੋਂ ਪਹਿਲਾਂ ਅਸੀਂ ਆਖਰੀ ਦੁਆ ਕਰੀਏ। ਜਾਰਡਨ ਦੇ ਕਾਲਜ ਦੇ ਲਈ ਅਸੀਂ ਪ੍ਰਾਰਥਨਾ ਕਰ ਰਹੇ ਸੀ ਪਰਮੇਸ਼ਵਰ ਦੇ ਅੱਗੇ, ਔਰ ਜਾਰਡਨ ਨੇ ਕਿਉਂਕਿ ਅਮਰੀਕਾ ਤੋਂ ਆ ਕੇ ਫਿਰ ਇਹਦੀ ਅੱਗੇ ਆਪਾਂ ਕਰੋਨਾ ਵਾਇਰਸ ਆ ਗਿਆ, ਬੰਦ ਹੋ ਗਈ ਸਭ ਕੁਝ, ਇੰਗਲੈਂਡ ਅਸੀਂ ਹੁਣ ਆਏ ਆ, ਤੇ ਸਾਨੂੰ ਇਸ ਗੱਲ ਦੀ ਅਸੀਂ ਪਰਮੇਸ਼ਵਰ ਅੱਗੇ ਰੱਖਦੇ ਸੀ ਕਿ ਪ੍ਰਭੂ ਜੀ ਇਹਦੀ 12ਵੀਂ ਪੂਰੀ ਤਰ੍ਹਾਂ ਕੰਪਲੀਟ ਨਹੀਂ ਹੋਈ, ਉਹਦਾ ਰਿਜ਼ਲਟ ਇਹਦਾ ਨਹੀਂ ਸੀ ਆਇਆ, ਸੋ ਇਹਨੂੰ ਅੱਗੇ ਕਾਲਜ ਐਡਮਿਸ਼ਨ ਮਿਲਣੀ ਬੜੀ ਮੁਸ਼ਕਲ ਹੋਣੀ ਸੀਗੀ। ਪਰ ਅਸੀਂ ਪਰਮੇਸ਼ਵਰ ਦਾ ਸ਼ੁਕਰ ਧੰਨਵਾਦ ਕਰਦੇ ਹਾਂ ਕਿ ਅਸੀਂ ਕੱਲ ਦੇ ਆਏ ਹੋਏ ਇਸ ਸ਼ਹਿਰ ਦਾ ਨਾਂ ਨੋਟਿੰਗਹਮ ਆ, ਆਕਸਫੋਰਡ ਤੋਂ 2.5 ਘੰਟੇ ਦੂਰ ਆ। ਇੱਥੇ ਇਹਦੇ ਕਾਲਜ ਦਾ ਇੰਤਜ਼ਾਮ ਹੋਇਆ ਆ। ਜ਼ਿਆਦਾਤਰ ਪੜ੍ਹਾਈ ਆਨਲਾਈਨ ਕਰਨੀ, ਇਹਨੂੰ 2 ਹਫ਼ਤਿਆਂ ਬਾਅਦ 2 ਦਿਨ ਲਈ ਆਉਣਾ ਪਿਆ ਕਰਨਾ ਇੱਥੇ, ਔਰ ਉਦੋਂ ਇਹਨੇ ਕਾਲਜ ਆਇਆ ਕਰਨਾ ਆ, ਪਰ ਬਾਕੀ ਇਹਦੀ ਪੜ੍ਹਾਈ ਆਨਲਾਈਨ ਹੋਣੀ ਹੈ। ਸੋ ਇਹਨੂੰ ਐਡਮਿਸ਼ਨ ਮਿਲ ਗਈ ਹੈ ਇੱਕ ਤਰ੍ਹਾਂ, ਔਰ ਬਹੁਤ ਹੀ ਵਧੀਆ ਕੋਰਸ ਆ, 3 ਸਾਲ ਦਾ ਕੋਰਸ ਆ ਜੁੜਨ ਦਾ। ਔਰ ਨਾਲ ਹੀ ਨਾਲ ਮੈਂ ਵੀ ਥੋੜੀ ਜਿਹੀ ਹੋਰ, ਕਿਉਂਕਿ ਮੈਂ ਜਦੋਂ ਇੱਥੇ ਸੀਗਾ 12 ਸਾਲ ਪਹਿਲਾਂ ਇੱਥੇ ਪੱਕਾ ਸੀਗਾ, ਜਦੋਂ ਮੈਂ ਕੰਮ ਕਰਦਾ ਸੀਗਾ, ਉਦੋਂ ਮੈਂ ਵੀ ਨਾਲ ਪੜ੍ਹਾਈ ਸ਼ੁਰੂ ਕੀਤੀ ਸੀਗੀ ਮਾਸਟਰਸ ਡਿਗਰੀ ਲਈ, ਤੇ ਉਹ ਮੇਰੀ 1 ਸਾਲ ਦੀ ਪੜ੍ਹਾਈ ਹੋਈ ਸੀ, ਬਸ ਮੇਰੇ 2 ਸਾਲ ਰਹਿ ਗਏ ਸੀ ਕਿਉਂਕਿ ਪ੍ਰਭੂ ਸਾਨੂੰ ਇੰਡੀਆ ਵਾਪਸ ਲੈ ਆਇਆ ਸੀ। ਸੋ ਮੇਰੇ ਮਾਸਟਰਸ ਡਿਗਰੀ ਮੇਰੀ ਪੂਰੀ ਨਹੀਂ ਸੀ ਹੋਈ। ਸੋ ਅਸੀਂ ਆਏ ਤਾਂ ਅਸੀਂ ਜਾਰਡਨ ਦੀ ਐਡਮਿਸ਼ਨ ਕਰਾਉਣੀ ਸੀ, ਨਾਲੋਂ ਨਾਲ ਮੇਰੀ ਵੀ ਹੋ ਗਈ ਐਡਮਿਸ਼ਨ ਦੁਬਾਰਾ ਮਾਸਟਰਸ ਡਿਗਰੀ ਕਰਨ ਦੇ ਵਿੱਚ। ਸੋ ਇਹ ਗਵਾਹੀ ਆ ਕਿ ਜਾਰਡਨ ਨੇ BA ਕਰਨੀ ਹੈ ਤੇ ਮੈਂ ਮਾਸਟਰਸ ਕਰਨੀ ਹੈ ਸੇਮ ਕਾਲਜ ਦੇ ਵਿੱਚ। ਜਾਰਡਨ ਦੀ ਫੁੱਲ ਟਾਈਮ ਕੋਰਸ ਆ 3 ਸਾਲ ਦਾ, ਮੇਰਾ ਪਾਰਟ ਟਾਈਮ ਆ। ਮੇਰਾ ਐਕਚੁਅਲੀ ਉਹ ਮਾਸਟਰਸ ਜਿਹੜੀ ਆ, MA ਜਿਹੜੀ ਆ, ਉਹ 2 ਸਾਲ ਦੀ ਆ, ਕਿਉਂਕਿ ਪਰ ਮੈਂ ਪਾਰਟ ਟਾਈਮ ਕਰਨੀ ਆ, ਮੈਂ ਇੰਨਾ ਟਾਈਮ ਨਹੀਂ ਦੇ ਸਕਦਾ, ਉਹਨੂੰ 3 ਸਾਲ ਲੱਗ ਜਾਣੇ ਆ। ਸੋ ਇਸ ਗੱਲਾਂ ਲਈ ਪ੍ਰਾਰਥਨਾ ਕਰੀਓ ਜਾਰਡਨ ਦੇ ਕੋਰਸ ਲਈ ਵੀ, ਮੇਰੇ ਲਈ ਵੀ, ਕਿ ਮੈਂ ਸਾਰੇ ਕੰਮਾਂ ਦੇ ਨਾਲ ਸਾਰੀ ਜ਼ਿੰਮੇਵਾਰੀਆਂ ਦੇ ਨਾਲ ਇਹ ਥੋੜਾ ਜਿਹਾ ਇੱਕ ਉਪਰਾਲਾ ਹੈ ਇਹਦੇ ਵਿੱਚ ਕਿ ਬਿਬਲੀਕਲ ਸਟੱਡੀਜ਼ ਦਾ ਆ। ਇਹ ਜਿਹੜੀ ਮਾਸਟਰਸ ਡਿਗਰੀ ਆ, ਇਹ ਬਾਈਬਲ ਦੀ ਸਟੱਡੀਜ਼ ਆ, ਔਰ ਉਹਦੇ ਵਿੱਚ ਪਰਮੇਸ਼ਵਰ ਮਦਦ ਕਰੇ ਸਾਡੀ ਪੜ੍ਹਨ ਦੇ ਵਿੱਚ ਔਰ ਬਾਕੀ ਸਾਰੇ ਕੰਮਾਂ ਨੂੰ ਕਰਨ ਦੇ ਵਿੱਚ ਵੀ। ਤੇ ਮੈਂ ਨਾਲ ਹੀ ਨਾਲ ਬਾਕੀ ਬੱਚਿਆਂ ਨੂੰ ਵੀ ਉਤਸ਼ਾਹਿਤ ਕਰਦਾ ਆ ਕਿ ਜੇ ਕਿਸੇ ਨੇ ਪੜ੍ਹਾਈ ਰੋਕ ਦਿੱਤੀ ਹੈ ਤੇ ਉਹ ਇਹ ਨਾ ਸੋਚੇ ਕਿ ਉਹ ਅੱਗੇ ਨਹੀਂ ਪੜ੍ਹ ਸਕਦਾ। ਮੈਂ 12 ਸਾਲਾਂ ਬਾਅਦ ਪੜ੍ਹਾਈ ਸ਼ੁਰੂ ਕਰਨੀ ਹੈ, 12 ਸਾਲਾਂ ਬਾਅਦ। 12 ਸਾਲ ਪਹਿਲਾਂ ਮੈਂ ਐਡਮਿਸ਼ਨ ਲਈ ਸੀ ਮਾਸਟਰਸ ਡਿਗਰੀ ਦੀ, ਪਰ ਮੈਂ ਉਹ ਪੂਰੀ ਨਹੀਂ ਸੀ ਕਰ ਸਕਿਆ। ਉਦੋਂ ਪਰਮੇਸ਼ਵਰ ਜਾਣਦਾ ਸੀ, ਤਾਂ ਫਿਰ ਮੈਂ ਹੁਣ ਫਿਰ ਉਹ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਲੱਗਾ ਆ। ਕਿਉਂਕਿ ਬੰਦਾ ਕਦੇ ਵੀ ਕਹਿੰਦੇ ਬਾਈਬਲ ਨੂੰ ਪੜ੍ਹਨਾ, ਬਾਈਬਲ ਨੂੰ ਸਮਝਣਾ ਔਰ ਉਹਦੀ ਅਧਿਐਨ ਕਰਨਾ, ਉਹਦੀ ਸਟੱਡੀ ਕਰਨੀ, ਇਹ ਤਾਂ ਇੱਕ ਬਹੁਤ ਹੀ ਵੱਡਾ ਸਮੁੰਦਰ ਹੈ, ਇਹਨੂੰ ਕੋਈ ਵੀ ਨਹੀਂ ਜਾਣ ਸਕਦਾ। ਸੋ ਸਾਨੂੰ ਜਿੱਥੋਂ ਸਾਨੂੰ ਸਿੱਖਣ ਨੂੰ ਮਿਲੂਗਾ ਜਾਂ ਅਸੀਂ ਫਿਰ ਸਿਖਾ ਸਕਾਂਗੇ, ਜਿੰਨਾ ਅਸੀਂ ਸਿੱਖਾਂਗੇ ਓਨਾ ਅਸੀਂ ਸਿਖਾ ਸਕਾਂਗੇ। ਸੋ ਪਰਮੇਸ਼ਵਰ ਸਾਡੇ ਰਾਹਾਂ ਨੂੰ ਹਮੇਸ਼ਾ ਹੀ ਆਪਣੇ ਪਿੱਛੇ ਰੱਖੇ ਔਰ ਸਾਨੂੰ ਆਪਣੇ ਰਾਹ ਤੇ ਚਲਾਵੇ, ਸਾਡੀ ਮਦਦ ਕਰੇ। ਸੋ ਜਿਹੜੇ ਬੱਚੇ ਕਿਸੇ ਵੀ ਵਜ੍ਹਾ ਨਾਲ ਪੜ੍ਹਾਈ ਛੱਡ ਦਿੱਤੀ ਹੈ, ਤੁਸੀਂ ਵੀ ਦੁਬਾਰਾ ਪੜ੍ਹਾਈ ਕਰ ਸਕਦੇ ਹੋ, ਪਰਮੇਸ਼ਵਰ ਦੇ ਵਚਨ ਦਾ ਵੀ ਅਧਿਐਨ ਕਰ ਸਕਦੇ ਹੋ। ਸੋ ਮੈਂ ਜਦੋਂ ਅਸੀਂ ਕੱਲ ਗਏ ਸੀ, ਅਸੀਂ ਪੁੱਛਿਆ, ਮੈਂ ਕਿਹਾ ਸਾਡੇ ਬਹੁਤ ਸਾਰੇ ਬੱਚੇ ਆ ਜੋ ਅੱਗੇ ਆਣ ਕੇ ਬਾਈਬਲ ਸਟੱਡੀਜ਼ ਜਾਂ ਲੀਡਰਸ਼ਿਪ ਸਕਿੱਲਸ ਜਾਂ ਯੂਥ ਐਂਡ ਕਮਿਊਨਿਟੀ ਵਰਕ, ਸੇਵਾ ਦਾ ਕੰਮ ਕਰਨਾ ਚਾਹੁੰਦੇ ਆ। ਸੋ ਇਹ ਅੱਗੇ ਦੀ ਗੱਲ ਆ, ਪਰਮੇਸ਼ਵਰ ਦੇ ਅੱਗੇ ਰੱਖੀਆਂ ਇਹਨਾਂ ਗੱਲਾਂ ਨੂੰ। ਸੋ ਤੁਸੀਂ ਉਤਸ਼ਾਹਿਤ ਹੋਵੋ ਔਰ ਆਪਣੀ ਤਿਆਰੀ ਕਰੋ। ਉਹਨਾਂ 5 ਕੁਆਰੀਆਂ ਦੇ ਵਾਂਗੂ ਸਮਝਦਾਰ ਬਣ ਕੇ ਅਸੀਂ ਆਪਣੀ ਤਿਆਰੀ ਕਰਨੀ ਆ। ਅਸੀਂ ਢਿੱਲੇ ਨਹੀਂ ਪੈਣਾ, ਅਸੀਂ ਬਹਾਨਾ ਨਹੀਂ ਬਣਾਉਣਾ ਕਿਸੇ ਗੱਲ ਦਾ ਵੀ ਸਾਨੂੰ ਚੇਤਾ ਭੁੱਲ ਗਿਆ ਜੀ ਤੇਲ ਲਿਆਉਣਾ, ਸਾਨੂੰ ਏਦਾਂ ਹੋ ਗਿਆ, ਓਦਾਂ ਹੋ ਗਿਆ। ਹਰ ਗੱਲ ਦਾ ਬਹਾਨਾ ਅਸੀਂ ਬਣਾ ਦਿੰਦੇ ਹਾਂ ਜਦੋਂ ਸਾਡੇ ਕੋਲ ਗਲਤੀ ਹੁੰਦੀ ਹੈ ਜਾਂ ਅਸੀਂ ਕਮਜ਼ੋਰ ਪੈਂਦੇ ਹਾਂ ਜਾਂ ਅਸੀਂ ਸੁਸਤੀ ਕਰ ਜਾਂਦੇ ਹਾਂ। ਪਰ ਹੁਣ ਸਮਾਂ ਆ ਕਿ ਅਸੀਂ ਦੇਰ ਹੋ ਕੇ ਅਸੀਂ ਆਪਣੀ ਤਿਆਰੀ ਕਰਨੀ ਆ ਹਰ ਪੱਖੋਂ। ਔਰ ਜਿਹੜਾ ਕੰਮ ਬੱਚਿਆਂ ਨੂੰ ਕਹਿੰਦਾ ਜਾਂ ਕਿਸੇ ਨੂੰ ਵੀ ਸੰਗਤ ਚੋਂ, ਜਿੱਦਾਂ ਜ਼ੂਮ ਮੀਟਿੰਗ ਤੇ ਤੁਸੀਂ ਆਉਂਦੇ ਆ, ਤੁਹਾਨੂੰ ਕਿਹਾ ਆ ਤੇ ਤੁਸੀਂ ਆਏ ਆ, ਜਿਹੜਾ ਨਹੀਂ ਹੁੰਦਾ ਉਹਨੂੰ ਅਸੀਂ ਫੇਰ ਦੁਬਾਰਾ ਕਹਿੰਦੇ ਆ। ਜੇ ਕੋਈ ਦਿੱਕਤ ਆਉਂਦੀ ਹੈ ਜ਼ੂਮ ਮੀਟਿੰਗ ਦੇ ਵਿੱਚ ਨਹੀਂ ਹੁੰਦਾ, ਉਹ ਪੁੱਛੋ ਕਿਸੇ ਨੂੰ ਵੀ ਭਾਈ ਏਦਾਂ ਹੁਣ ਆਪਾਂ ਜਾਂ ਇੰਨੇ ਜਣੇ ਆਉਂਦੇ ਹੀ ਆ, ਆਪਾਂ 20 ਜਣੇ ਹੋ ਜਾਂਦੇ ਹੁਣ, ਹਨਾ, ਹੌਲੀ ਹੌਲੀ।
ਤੇ ਹੌਲੀ ਹੌਲੀ ਗਾਂ ਵੀ ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਉਤਸ਼ਾਹਿਤ ਕਰਨਾ, ਉਹਨਾਂ ਨੂੰ ਵੀ ਦੱਸਣਾ ਹੈ ਭਾਈ ਜ਼ੂਮ ਮੀਟਿੰਗ ਤੇ ਆਵੋ। ਇਸੇ ਲਈ ਆਪਾਂ YouTube ਤੇ ਵੀ ਲਿੰਕ ਪਾਉਨੇ, ਕਿਉਂਕਿ ਜਿਹੜੇ ਨਹੀਂ ਆ ਸਕਦੇ ਉਹ ਆ ਸਕਣ ਸਾਡੇ ਨਾਲ, ਉਹ ਦੇਖ ਸਕਣ ਵੀ ਉਹ ਕੀ ਮਿਸ ਕਰ ਰਹੇ ਆ, ਵਚਨ ਨੂੰ ਮਿਸ ਕਰ ਰਹੇ ਆ, ਪ੍ਰਾਰਥਨਾਵਾਂ ਨੂੰ ਮਿਸ ਕਰ ਰਹੇ ਆ। ਗੀਤ ਭਜਨ ਇੰਨੇ ਵਧੀਆ ਗਾਏ ਬੱਚਿਆਂ ਨੇ, ਡੈਨੀਅਲ ਨੇ, ਭਾਈ ਡੈਨੀਅਲ ਨੇ, ਗਗਨ ਭੈਣ ਨੇ, ਮਨੀਸ਼ਾ ਔਰ ਸੁੰਦਰ ਬਚਨ ਪੜਿਆ, ਦੁਆਵਾਂ ਕੀਤੀਆਂ। ਇਹਦੇ ਨਾਲ ਸਾਨੂੰ ਬਰਕਤ ਮਿਲਦੀ ਆ। ਬੇਸ਼ੱਕ ਅਸੀਂ ਦੂਰ ਦੂਰ ਬੈਠੇ ਆ, ਪਰ ਅਸੀਂ ਇੱਕ ਦੂਸਰੇ ਤੋਂ ਬਰਕਤ ਪਾਉਂਦੇ ਆ। ਸੋ ਮੇਰੀ ਪ੍ਰਾਰਥਨਾ ਹੈ ਤੁਹਾਡੇ ਸਾਰਿਆਂ ਲਈ ਕਿ ਪਰਮੇਸ਼ਰ ਤੁਹਾਨੂੰ ਹੋਰ ਵਧਾਵੇ, ਹੋਰ ਇਸਤੇਮਾਲ ਕਰੇ। ਆਈਏ ਅਸੀਂ ਪਾਸਟਰ ਰਾਣਾ ਜੀ ਨਾਲ ਆਖਰੀ ਪ੍ਰਾਰਥਨਾ ਕਰਾਂਗੇ ਮਿਲ ਕੇ। ਪਾਸਟਰ ਰਾਣਾ ਜੀ। ਪਾਸਟਰ ਰਾਣਾ ਜੀ, ਮੇਰੇ ਖਿਆਲ ਪਾਸਟਰ ਰਾਣਾ ਜੀ ਨੂੰ ਆਵਾਜ਼ ਸੁਣ ਨਹੀਂ ਰਹੀ ਹੈ, ਜਾਂ ਉਹਨਾਂ ਦਾ ਮਾਈਕ ਬੰਦ ਆ, ਆਪਾਂ ਨੂੰ ਨਹੀਂ ਸੁਣ ਰਹੀ। ਇੱਕ ਗੱਲ ਤਾਂ ਹੈ, ਇਸ ਲਈ ਆਪਾਂ ਸਾਰੇ ਅੱਖਾਂ ਨੂੰ ਬੰਦ ਕਰਾਂਗੇ, ਆਪਾਂ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ। ਸਰਬ ਸ਼ਕਤੀਮਾਨ, ਕਿਰਪਾਲੂ, ਦਿਆਲੂ ਯਹੋਵਾ ਪਾਕ ਪਰਮੇਸ਼ਵਰ, ਮੈਂ ਤੁਹਾਡਾ ਸ਼ੁਕਰ ਧੰਨਵਾਦ ਕਰਦਾ, ਤੁਹਾਡੀ ਵਡਿਆਈ ਔਰ ਮਹਿਮਾ ਕਰਦਾ ਅੱਜ ਦੇ ਸਮੇਂ ਦੇ ਲਈ, ਅੱਜ ਦੀ ਆਰਾਧਨਾ ਬੰਦਗੀ ਦੇ ਲਈ। ਪ੍ਰਭੂ ਜੀ ਤੁਸੀਂ ਸਾਨੂੰ ਮੌਕਾ ਦਿੱਤਾ ਪ੍ਰਭੂ ਜੀ ਇਕੱਠੇ ਹੋਣ ਦਾ। ਇੱਕ ਵਾਰ ਫਿਰ ਜਿੰਨੇ ਜਣ ਵੀ ਪ੍ਰਭੂ ਜੀ ਤੁਹਾਡੇ ਨਾਲ ਜੁੜੇ ਹੋਏ ਆ ਇਸ ਵੇਲੇ ਪ੍ਰਭੂ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਪ੍ਰਭੂ ਜੀ ਬੈਠੇ ਆ, ਪ੍ਰਭੂ ਜੀ ਤੁਸੀਂ ਤੁਹਾਡੀ ਨਿਗਾਹ ਉਹਨਾਂ ਤੇ, ਤੁਹਾਡੇ ਦੂਤਾਂ ਦਾ ਪਹਿਰੇ ਲੱਗੇ ਹੋਏ ਉਹਨਾਂ ਦੇ ਅੰਗ ਸੰਗ ਪ੍ਰਭੂ ਜੀ, ਉਹਨਾਂ ਦੇ ਘਰ ਦੇ ਆਲੇ ਦੁਆਲੇ ਤੁਹਾਡੇ ਪਿੱਤਰ ਲਹੂ ਨੂੰ ਛਿੜਕ ਦਿੰਦੇ ਆ, ਲਗਾ ਦਿੰਦੇ ਆ ਪ੍ਰਭੂ ਜੀ, ਆਪਣੇ ਦੂਤਾਂ ਦੇ ਪਹਿਰੇ ਲਗਾ ਕੇ ਰੱਖਣਾ। ਤੁਹਾਡੇ ਦੂਤਾਂ ਨੂੰ ਹੁਕਮ ਦਿੰਦੇ ਆ ਕਿ ਹਮੇਸ਼ਾ ਆਪਣੇ ਬੱਚਿਆਂ ਦੀ ਰਖਵਾਲੀ ਕਰਨਾ, ਮਦਦ ਕਰਨਾ ਪ੍ਰਭੂ ਜੀ। ਪ੍ਰਭੂ ਜੀ ਜੋ ਅੱਛਾ ਵਚਨ ਪ੍ਰਭੂ ਜੀ ਸਾਨੂੰ ਸੁਣਨ ਨੂੰ ਮਿਲਿਆ ਅੱਜ ਆਤਮਾ ਦੇ ਦੁਆਰਾ, ਬੱਚੇ ਸੁਣਨ ਦੁਆਰਾ, ਆਪਣੇ ਬੱਚੇ ਨੂੰ ਬੜੀ ਬਰਕਤ ਔਰ ਆਸ਼ੀਸ਼ ਦੇਣੀ ਪ੍ਰਭੂ ਜੀ। ਔਰ ਜਿਨ੍ਹਾਂ ਨੇ ਵੀ ਹਿੱਸਾ ਲਿਆ ਪ੍ਰਭੂ ਜੀ, ਜਿਨ੍ਹਾਂ ਨੇ ਵੀ ਸੁਣਿਆ ਪ੍ਰਭੂ ਜੀ, ਗਵਾਹੀ ਦਿੱਤੀ ਪ੍ਰਭੂ ਜੀ, ਅਸੀਂ ਬੇਟੇ ਗੁਰਵਿੰਦਰ ਲਈ ਪ੍ਰਾਰਥਨਾ ਕਰਦੇ ਹਾਂ, ਜੋ ਭੈਣ ਹਰਵਿੰਦਰ ਨੇ ਵਿਸ਼ਵਾਸ ਦੇ ਨਾਲ ਆਖਿਆ ਕਿ ਉਸ ਬੱਚੇ ਦੀ ਮਦਦ ਕਰੋ, ਅਸੀਂ ਗਵਾਹੀ ਸੁਣੀ ਪ੍ਰਭੂ ਜੀ, ਜੋ ਇੰਗਲੈਂਡ ਆਇਆ ਹੈ। ਸਾਨੂੰ ਪਤਾ ਹੈ ਕਿ ਇੰਨਾ ਸੌਖਾ ਨਹੀਂ ਆ ਪ੍ਰਭੂ ਜੀ ਇੱਥੇ ਪ੍ਰਭੂ ਜੀ, ਪਰ ਤੁਸੀਂ ਆਪਣੇ ਬੱਚੇ ਦੀ ਮਦਦ ਕਰਨੀ ਪ੍ਰਭੂ ਜੀ। ਜੇ ਤੁਸੀਂ ਉਹਨੂੰ ਲੈ ਕੇ ਆਏ ਹੋ ਤੇ ਅੱਗੇ ਵੀ ਇੰਤਜ਼ਾਮ ਕਰਨੇ ਪ੍ਰਭੂ ਜੀ, ਆਪਣੇ ਬੱਚਿਆਂ ਦੀ ਮਦਦ ਕਰਨੀ, ਕਿਰਪਾ ਕਰਨੀ, ਦਇਆ ਕਰਨੀ ਪ੍ਰਭੂ ਜੀ। ਆਉਣ ਵਾਲੇ ਪ੍ਰਭੂ ਜੀ ਅਸੀਂ ਇਸ ਚੱਲਦੀਆਂ ਚੇਨ ਪ੍ਰੇਅਰਸ ਨੂੰ ਜੋ 7 ਦੇ ਸਤਸੰਗ ਲਈ ਆ, ਉਹਨਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿੰਦੇ ਹਾਂ। ਤੁਹਾਡੇ ਦਾਸ ਦਾਸੀਆਂ ਲਈ ਪ੍ਰਾਰਥਨਾ ਕਰਦੇ ਹਾਂ, ਭਾਈ ਰਾਣਾ ਲਈ, ਸਿਸਟਰ ਸੁਨੀਤਾ ਲਈ, ਔਰ ਬਾਕੀ ਸਾਰੀ ਸੰਗਤ ਦੇ ਲਈ ਪ੍ਰਭੂ ਜੀ, ਸੇਵਾਦਾਰਾਂ ਲਈ, ਸਾਜੀਆਂ ਲਈ, ਗੀਤ ਗਾਉਣ ਵਾਲੀ ਵਰਸ਼ਿਪ ਟੀਮ ਲਈ, ਆਰਾਧਨਾ ਲਈ ਪ੍ਰਭੂ ਜੀ, ਅਸੀਂ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਔਰ ਪ੍ਰਭੂ ਜੀ 7 ਦੇ ਸਤਸੰਗ ਲਈ ਪ੍ਰਾਰਥਨਾ ਕਰਦੇ ਹਾਂ, ਆਉਣ ਵਾਲੇ ਸਬਤ ਦੇ ਦਿਨ ਲਈ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਜੀ। ਸਭ ਨੂੰ ਬੜੀ ਬਰਕਤ ਔਰ ਆਸ਼ੀਸ਼ ਦੇਣੀ, ਸਭ ਨੂੰ ਕਸਰਤ ਦੇ ਨਾਲ ਇਸਤੇਮਾਲ ਕਰਨਾ, ਆਪਣੇ ਵਿਸ਼ਵਾਸ ਇਮਾਨ ਦੇ ਵਿੱਚ ਇਸੇ ਤਰ੍ਹਾਂ ਮਜ਼ਬੂਤ ਕਰਨਾ ਪ੍ਰਭੂ ਜੀ। ਕਿਰਪਾ ਕਰਿਓ, ਦਇਆ ਕਰਿਓ ਪ੍ਰਭੂ ਜੀ, ਸਾਡੀ ਵੀ ਮਦਦ ਕਰਨੀ। ਜੋ ਪ੍ਰਭੂ ਜੀ ਇੰਗਲੈਂਡ ਦੇ ਵਿੱਚ ਸਾਨੂੰ ਰੋਕਿਆ ਹੋਇਆ ਤੁਸੀਂ ਪ੍ਰਭੂ ਜੀ, ਜੋ ਇੱਥੇ ਰੱਖਿਆ ਹੋਇਆ ਪ੍ਰਭੂ ਜੀ, ਇਹਦੇ ਵਿੱਚ ਇੱਕ ਵੱਡਾ ਮਕਸਦ ਹੈ, ਇੱਕ ਯੋਜਨਾ ਹੈ ਤੁਹਾਡੀ ਪ੍ਰਭੂ ਜੀ। ਇਹ ਜਿੰਨੇ ਵੀ ਪ੍ਰਭੂ ਜੀ, ਇਹ ਜਿੰਨੇ ਵੀ ਘਰ ਖਾਨਦਾਨ ਗਮ ਦੇ ਵਿੱਚ ਆਏ ਆ, ਇੰਗਲੈਂਡ ਦੇ ਵਿੱਚ ਸਾਡੇ ਇੱਥੇ ਰਹਿੰਦੇ ਆ, ਜੋ ਦੁੱਖ ਦੇ ਵਿੱਚ ਆਏ ਆ, ਤੁਸੀਂ ਸਾਨੂੰ ਉਹਨਾਂ ਲਈ ਪ੍ਰਭੂ ਜੀ ਵੱਡਾ ਹੌਸਲਾ ਪਾਉਣਾ ਪ੍ਰਭੂ ਜੀ, ਉਹਨਾਂ ਦੇ ਲਈ ਅਸੀਂ ਪ੍ਰਾਰਥਨਾ ਕਰ ਸਕੀਏ ਪ੍ਰਭੂ ਜੀ। ਇਹ ਤੁਹਾਡੀ ਮਰਜ਼ੀ, ਤੁਹਾਡੀ ਇੱਛਾ ਹੈ ਸਾਨੂੰ ਇੱਥੇ ਰੱਖਣ ਦੀ ਪ੍ਰਭੂ ਜੀ। ਬਗੈਰ ਤੁਹਾਡੀ ਮਰਜ਼ੀ ਦੇ ਕੁਝ ਨਹੀਂ ਹੋ ਸਕਦਾ ਪ੍ਰਭੂ ਜੀ। ਅਸੀਂ ਤੁਹਾਡੇ ਹੱਥਾਂ ਦੇ ਵਿੱਚ ਆ, ਹਰ ਗੱਲ ਦੇ ਵਿੱਚ ਤੁਹਾਡੀ ਮਰਜ਼ੀ, ਤੁਹਾਡੀ ਇੱਛਾ ਪੂਰੀ ਹੋਵੇ। ਇਹ ਸਭ ਕੁਝ ਮੰਗਦੇ ਆ ਤੇਰੇ ਪਿਆਰੇ ਬੇਟੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਤੇ, ਆਮੇਨ, ਆਮੇਨ, ਹਾਲੇਲੂਇਆ। ਆਪਣੇ ਮਾਈਕ ਤੇ ਆਪਣੇ ਕੈਮਰੇ ਖੋਲ ਲਓ ਥੋੜੇ ਟਾਈਮ ਲਈ। ਆਪਾਂ ਆਖਰੀ ਦੁਆ ਜਿਹੜੀ ਖੁਦਾ ਦੀ ਸਿਖਾਈ ਹੋਈ ਪ੍ਰਾਰਥਨਾ ਕਰਨੀ ਹੈ। ਸਭ ਆਪਣੇ ਮਾਈਕ ਔਰ ਆਪਣੇ ਕੈਮਰੇ ਖੋਲ ਲਓ ਪਲੀਜ਼। ਸਾਰੇ ਜਣੇ ਆਪਣੇ ਮਾਈਕ ਔਰ ਕੈਮਰੇ ਖੋਲ ਲਵੋ, ਅਸੀਂ ਸਾਰੇ ਦੇਖ ਸਕਦੇ ਹਾਂ। ਯਸ ਕਹਤੇ ਹਾਲੇਲੂਇਆ। ਜਿੰਨੇ ਜਣੇ ਵੀ ਆਪਣੇ ਕੈਮਰੇ ਖੋਲ ਸਕਦੇ ਆ, ਅਸੀਂ ਤੁਹਾਨੂੰ ਦੇਖ ਸਕਦੇ ਹਾਂ। ਔਰ ਆਪਣੇ ਮਾਈਕ ਵੀ ਖੋਲ ਲਓ ਸਾਰਿਆਂ ਨੂੰ। ਜੈ ਮਸੀਹ ਦੀ ਇੱਕ ਵਾਰੀ ਫਿਰ। ਔਰ ਬੜੀ ਖੁਸ਼ੀ ਹੁੰਦੀ ਹੈ ਤੁਹਾਨੂੰ ਦੇਖ ਕੇ। ਔਰ ਜਿਹੜੇ ਨਹੀਂ ਆ ਰਹੇ ਹਾਲੇ ਵੀਰਵਾਰ ਦੀ ਪ੍ਰਾਰਥਨਾ ਸਭਾ ਚ, ਉਹਨਾਂ ਨੂੰ ਜਰੂਰ ਪੁੱਛੋ, ਉਹਨਾਂ ਨੂੰ ਲਿੰਕ ਭੇਜੋ, ਆਪਣੇ ਨਵੇਂ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਵੀ ਨਾਲ ਜੋੜੋ ਪਲੀਜ਼। ਇਹਦੀ ਬਰਕਤ ਤੁਹਾਨੂੰ ਘਰ ਬੈਠੇ, ਇਹਦੀ ਬਰਕਤ ਤੁਹਾਨੂੰ ਮਿਲਣੀ ਆ, ਕਿਉਂਕਿ ਤੁਸੀਂ ਪਰਮੇਸ਼ਵਰ ਦੇ ਰਾਜ ਲਈ ਕਿਸੇ ਨੂੰ ਦੱਸ ਰਹੇ ਹੋ। ਤੁਸੀਂ ਇੱਕ ਲਿੰਕ ਭੇਜ ਰਹੇ ਹੋ ਫੋਨ ਦੇ ਉੱਤੇ, ਔਰ ਉਹ ਕਿਸੇ ਲਈ ਬਰਕਤ ਦਾ ਕਾਰਨ ਬਣ ਰਿਹਾ ਹੈ ਨਾ। ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਹੋਰਾਂ ਨੂੰ ਵੀ ਨਾਲ ਜੋੜਨਾ ਆ।
ਅਗਲੇ ਹਫਤੇ ਸਾਡੇ ਨਾਲ ਵਚਨ ਸਾਂਝਾ ਕਰਨ ਲੁਧਿਆਣੇ ਤੋਂ ਡੈਨੀਅਲ हेलो ਸੁਣਿਆ ਨਹੀਂ हाँ जी ਮੈਨੂੰ सर हाँ जी हाँ जी हाँ जी बस जी ਹਫਤੇ ਮੈਂ ਕਿਹਾ ਅਗਲੇ ਹਫਤੇ ਵਚਨ हाँ जी बस जी जरूर ਚਲੋ ਠੀਕ ਹੈ ਕਿਉਂਕਿ ਸੁਲੇਮਾਨ ਨੇ ਆਪਾਂ ਨੂੰ ਦੱਸਿਆ ਸੀਗਾ ਜੋ ਅਗਲੇ ਹਫਤੇ ਅਸੀਂ ਡੈਨੀਅਲ ਕੋਲੋਂ ਵਚਨ ਸੁਣਾਂਗੇ ਔਰ ਉਦੋਂ ਅਗਲੇ ਹਫਤੇ ਭਾਈ ਦੀਪਕ ਦੇ ਕੋਲੋਂ ਫਿਰ ਵਚਨ ਸੁਣਾਂਗੇ। ਪਿਛਲੀ ਵਾਰੀ ਭਾਈ ਦੀਪਕ ਦਾ ਵਚਨ ਰਿਕਾਰਡ ਨਹੀਂ ਹੋ ਸਕਿਆ ਪਰ ਬਹੁਤ ਹੀ ਵਧੀਆ ਵਚਨ ठीक है पास्टर जी बिल्कुल ਨਾਲ ਇਸਤੇਮਾਲ ਕरें ਰਾਈਟ। ਮਾਸਟਰ ਰਾਣਾ ਜੀ ਆਵਾਜ਼ ਸੁਣ ਰਹੀ ਹੈ? ਹਾਲੇ ਵੀ ਮਾਈਕ ਨਹੀਂ ਖੋਲਿਆ। ਚਲੋ ਕਈ ਚਿਹਰੇ ਹਾਲੇ ਵੀ ਅਸੀਂ ਦੇਖ ਨਹੀਂ ਸਕਦੇ, ਕੈਮਰੇ ਬੰਦ ਆ। ਐਤਵਾਰ ਦਾ ਯਾਦ ਰੱਖਿਓ, ਐਤਵਾਰ ਨੂੰ ਸਮੇਂ ਸਿਰ ਪ੍ਰਾਰਥਨਾ ਸਭਾ ਦੇ ਵਿੱਚ ਪਹੁੰਚਣਾ ਸਾਰਿਆਂ ਨੇ। ਆਈਏ ਪ੍ਰਭੂ ਦੀ ਸਿਖਾਈ ਹੋਈ ਪ੍ਰਾਰਥਨਾ ਵਿੱਚ ਸ਼ਾਮਲ ਹੋਵਾਂਗੇ। ਐ ਸਾਡੇ ਬਾਪ तू जो आसमान पे है, तेरा नाम पाक माने जावे, तेरी बादशाही आवे, तेरी मर्जी जिस तरह आसमान ते होंदी जमीन ते भी होवे। साडे रोज दी रोटी सानू अज बख्श दिओ, जिस तरह ਅਸੀਂ ਅਪਣੇ ਨੂੰ ਮਾਫ ਕਰਦੇ ਹਾਂ ਉਹ ਵੀ ਸਾਡੇ ਕਸੂਰ ਸਾਨੂੰ। ਸਾਨੂੰ ਅਜਮਾਇਸ਼ ਵਿੱਚ ਪੈਣ ਦਿਓ, ਬੁਰਾਈ ਤੋਂ ਬਚਾਓ, ਕਿਉਂਕਿ ਬਾਦਸ਼ਾਹ ਕੁਦਰਤ ਤੇ ਜਲਾਲ ਹਮੇਸ਼ਾ ਆਮੀਨ ਆਮੀਨ Amen. 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 God bless you all. ਤੁਹਾਨੂੰ ਰੱਬ ਬੜੀ ਬਰਕਤ ਔਰ ਆਸ਼ੀਸ਼ ਦੇ। ਵੀ ਗੱਲ ਸਾਂਝੀ ਸਕਦਾ ਹੈ, ਬਰਕਤ ਦੇਵੇ, ਆਸ਼ੀਸ਼ ਦੇਵੇ। आमीन Well done Solomon, everybody. ਭੈਣ ਗਗਨ ਭਜਨ ਬਹੁਤ ਵਧੀਆ ਸੀ। ਡੈਨੀਅਲ ਥੈਂਕ ਯੂ ਜਿੰਨਿਆਂ ਨੇ ਪ੍ਰਾਰਥਨਾਵਾਂ ਕੀਤੀਆਂ, ਭਜਨ ਗਾਏ, ਵੈਰੀ ਗੁੱਡ ਹੈ ਨਾ। ਅਗਰ ਗੌਰਵ ਵੀ ਇੱਕ ਭਜਨ ਤਿਆਰ ਕਰ ਸਕਦਾ। ਗੌਰਵ? ਹਾਂਜੀ ਅੰਕਲ ਜੀ। ਗੌਰਵ, ਮਾਨਸੀ, ਤੁਸੀਂ ਵੀ ਸਾਰੇ ਇੱਕ ਭਜਨ ਤਿਆਰ ਕਰ ਸਕਦੇ ਹੋ ਹੈ, ਸਭ ਵਚਨ ਚੋਂ ਪੜ ਸਕਦੇ ਹੋ। ਓਕੇ, ਸ਼ਾਬਾਸ਼, ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਆ ਰਹੇ ਹੋ ਲਗਾਤਾਰ। ਇਸੇ ਤਰ੍ਹਾਂ ਯਾਦ ਰੱਖਣਾ ਵੀਰਵਾਰ ਨੂੰ, ਠੀਕ ਹੈ। ਅਗਲੇ ਹਫਤੇ ਐਸਤਰ ਕੋਲੋਂ ਵੀ ਆਪਾਂ ਨਵਾਂ ਭਜਨ ਸੁਣਾਂਗੇ। ਐਸਤਰ ਕੋਲੋਂ ਐਸਤਰ ਹਾਂ ਅੱਛਾ, ਨਿੰਦਰ ਹਾਲੇ ਹੈਗੀ ਆਪਣੇ ਨਾਲ ਜੁਆਇਨ ਆ। ਆਸ਼ੀਸ਼, ਨਿੰਦਰ ਭੈਣ ਭਾਗੋ ਵੀ ਅੱਜ ਆਏ ਸੀ ਥੋੜਾ ਚਿਰ। ਮਨਜੀਤ ਸਿੰਘ ਕੌਣ ਆ? ਮਨਜੀਤ ਸਿੰਘ, ਤੁਹਾਨੂੰ ਚਿਹਰੇ ਨਹੀਂ ਦਿਸ ਰਹੇ ਤੁਹਾਡੇ। ਮਨਜੀਤ ਨਹੀਂ, ਚਲੋ ਗॉड bless you ਡੈਮਸੀ ਦੀ। thank you God bless you। ਰੱਬ ਬੜੀ ਬਰਕਤ ਆਸ਼ੀਸ਼ ਦੇਵੇ। ਆਮੀਨ आमीन thank you, bye bye।